महला चौथा। सो पुरख एक ओंकार सतगुर प्रसाद। सो पुरख निरंजन हर पुरख निरंजन। हर अगम अगम अपारा। सब ध्याब है तुध जी। हर सच्चे सिरजन हारा। सो पुरख निरंजन हर पुरख निरंजन। हर अगम अगम अपारा। सब ध्याब है तुध जी। हर सच्चे सिरजनहारा। सब जी तुम्हारे जी तू जियां का दातारा। हर ध्यावो संतोह जी सब दुख विसारन हारा। हर आपे ठाकुर हर आपे सेवक जी। क्या नानक जंत विचारा। हर ध्यावो संतोह जी सब दुख विसारन हारा। हर आपे ठाकुर हर आपे सेवक जी। क्या नानक जंत विचारा। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज। कलयुग के तारण हारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਆਸਾ ਰਾਗ ਦੇ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, हे ਗਰੀਬ ਨਵਾਜ, ਸਤਿਗੁਰੂ ਜੀ
ਜਿਵੇਂ ਪਹਿਲੇ ਸਰੂਪ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਦਰਸ਼ ਬਾਣੀ ਉਚਾਰਨ ਕੀਤੀ ਹੈ, ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਕਿਰਪਾ ਕਰਕੇ ਐਸੀ ਬਾਣੀ ਉਚਾਰਨ ਕਰੋ ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਸ ਗਾਇਆ ਹੋਵੇ। ਜਿਵੇਂ ਸੋਦਰ ਬਾਣੀ ਅੰਦਰ ਪਰਮਾਤਮਾ ਦਾ ਜਸ ਕੀਤਾ ਹੈ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹਜੂਰ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਨੇ ਕੰਠੋ ਗੁਰਬਾਣੀ ਉਚਾਰਨ ਕੀਤੀ ਔਰ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਜਿਤਨੀ ਵੀ ਬਾਣੀ ਸੀ ਸਾਰੀ ਦਰਜ ਕੀਤੀ ਹੈ। ਜਦੋਂ ਧੀਰ ਮੱਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਨਕਾਰ ਕਰ ਦਿੱਤਾ ਸੀਗਾ, ਜਦੋਂ ਸਿੰਘ ਭੇਜੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਗਏ ਸਨ, ਹਜੂਰ ਨੇ ਫਿਰ ਕੰਠੋਂ ਹੀ ਪਾਵਨ ਬਾਣੀ ਉਚਾਰਨ ਕੀਤੀ ਸੀ। ਜੋ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਹੈ ਉਸ ਸਰੂਪ ਦੇ ਅੰਦਰ ਕੇਵਲ 5 ਹੀ ਸ਼ਬਦ ਆਉਂਦੇ ਹੈ। ਰਹਿਰਾਜ ਸਾਹਿਬ ਜੀ ਦੇ ਜੋ ਪਿਛੇ ਅਸੀਂ ਵਿਚਾਰ ਕੀਤੀ ਹੈ, ਪਹਿਲਾ ਸ਼ਬਦ ਜਦੋਂ ਆਰੰਭਤਾ ਹੋਈ ਰਹਿਰਾਜ ਸਾਹਿਬ ਵਾਲੀ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ। ਫਿਰ ਅਗਲਾ ਆਸਾ ਰਾਗ ਦੇ ਅੰਦਰ, ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਫਿਰ ਅਗਲਾ ਵੀ ਆਸਾ ਰਾਗ ਦੇ ਅੰਦਰ ਤੀਸਰਾ ਸ਼ਬਦ, ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ। ਫਿਰ ਚੌਥੇ ਪਾਤਸ਼ਾਹੀ ਦਾ ਸ਼ਬਦ ਗੂਜਰੀ ਰਾਗ ਦੇ ਵਿੱਚ ਆਇਆ ਸੀ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਫਿਰ ਪੰਜਵੇਂ ਪਾਤਸ਼ਾਹੀ ਦਾ ਗੂਜਰੀ ਰਾਗ ਅੰਦਰ ਸ਼ਬਦ ਆਇਆ ਜੋ ਕੱਲ ਅਸਾਂ ਵਿਚਾਰ ਕੀਤੀ ਸੀ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਕਰਤਾਰਪੁਰ ਸਾਹਿਬ ਵਾਲੀ ਜੋ ਪਾਵਨ ਭੀੜ ਹੈ ਉਸ ਵਿੱਚ ਇਹ 5 ਸ਼ਬਦ ਹੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਜ ਕੀਤੇ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਜਿਸ ਸਮੇਂ ਦਮਦਮਾ ਸਾਹਿਬ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਨੇ ਕੰਠੋਂ ਬਾਣੀ ਉਚਾਰਨ ਕੀਤੀ ਹੈ, ਅਗਲੇ ਇਹ 4 ਸ਼ਬਦ ਗਰੀਬ ਨਵਾਜ ਸਤਿਗੁਰੂ ਜੀ ਨੇ ਦਰਜ ਕੀਤੇ ਹੈ। ਜੋ ਅੱਜ ਦਾ ਪਾਵਨ ਸ਼ਬਦ ਹੈ ਸੋ ਪੁਰਖ ਵਾਲਾ। ਫਿਰ ਚੌਥੇ ਪਾਤਸ਼ਾਹੀ ਦਾ ਅਗਲਾ ਵੀ ਸ਼ਬਦ ਆਵੇਗਾ, ਤੂੰ ਕਰਤਾ ਸਚਿਆਰ ਮੈਡਾ ਸਾਈ। ਫਿਰ ਤਿਤ ਸਰਵਰੜੈ ਭਈ ਲੈ ਨਿਵਾਸਾ, ਇਹ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ। ਫਿਰ ਪੰਜਵੇਂ ਪਾਤਸ਼ਾਹੀ ਦਾ ਸ਼ਬਦ ਆਵੇਗਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ 4 ਸ਼ਬਦ ਹੋਰ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਦਰਜ ਕੀਤੇ ਹੈ। ਔਰ ਇਸੇ ਤਰ੍ਹਾਂ ਜੋ ਕੀਰਤਨ ਸੋਲੇ ਪਾਵਨ ਬਾਣੀ ਦੇ ਉਸ ਵਿੱਚ ਵੀ 5 ਸ਼ਬਦ ਸਨ। ਹਜੂਰ ਨੇ ਹੋਰ ਅੱਗੇ ਨਾਲ ਸ਼ਬਦ ਦਰਜ ਕੀਤੇ ਹੈ, ਅੱਗੇ ਉਹਨਾਂ ਦੀ ਵਿਚਾਰ ਆਵੇਗੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਬੇਨਤੀ ਕਰਨ ਤੇ ਹਜੂਰ ਨੇ ਇਹ ਸ਼ਬਦ ਉਚਾਰਨ ਕੀਤਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕਰਕੇ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਰਾਗ ਆਸਾ ਮਹੱਲਾ ਚੌਥਾ ਸੋ ਪੁਰਖ। ਆਸਾ ਰਾਗ ਹੈ, ਮਹੱਲਾ ਸਰੂਪ ਚੌਥਾ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਸੋ ਉਸ ਦਾ ਵਾਚਕ ਹੈ। ਪੁਰਖ ਨਾਮ ਹੈ ਕਰਤੇ ਦਾ ਕਰਨੇ ਹਾਰਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ। ਕਿਉਂਕਿ ਜਗਤ ਅੰਦਰ ਜਿਤਨੇ ਵੀ ਪੈਦਾ ਕੀਤੇ ਹੋ ਜੀਵ ਹੈ ਇਹ ਪਰਮਾਤਮਾ ਦੀ ਬਦੌਲਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ। ਏਕਾ ਪੁਰਖ ਸਬਾਈ ਨਾਰ,
ਬਾਕੀ ਸਰਬੱਗ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸੂਖਸ਼ਮ ਹਨ ਚਾਹੇ ਸਥੂਲ ਹੈ, ਸਭ ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਰੂਪ ਸਖੀਆਂ ਹਨ। ਇਸ ਲਈ ਸੋ ਪੁਰਖ, ਜਿਵੇਂ ਸੋ ਦਰ ਉਚਾਰਨ ਕੀਤਾ ਨਾ ਪਹਿਲੇ ਪਾਤਸ਼ਾਹ ਜੀ ਨੇ ਪਹਿਲੇ ਸਰੂਪ ਅੰਦਰ, ਇਸੇ ਪ੍ਰਕਾਰ ਇੱਥੇ ਸੋ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਾ ਨਾਮ ਰੱਖਿਆ ਹੈ। ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ, ਜੋ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ, ਹਰਤਾ ਵੀ ਪਰਮਾਤਮਾ ਆਪੇ ਹੀ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ, ਲਹਿਤਾ ਕਰਨ ਵਾਲਾ, ਐਸਾ ਇੱਕੋ ਪਰਮਾਤਮਾ ਹੈ। ਓੰਕਾਰ ਦੀ ਐਸੀ ਪਰਮਾਤਮਾ ਦੀ ਸ਼ਕਤੀ ਹੈ, ਜਿਸ ਸ਼ਕਤੀ ਦੁਆਰਾ ਸੰਸਾਰ ਦੇ ਅੰਦਰ ਸਭ ਜੀਵਾਂ ਦੇ ਨਿਰੰਤਰ ਸੰਸਾਰ ਦੇ ਵਿੱਚ ਆਉਣਾ, ਪਰਵਰਿਸ਼ ਹੋਣੀ, ਜੀਵਾਂ ਦੀ ਲਹਿਤਾ ਹੋਣੀ, ਵੇਦਾਂ ਦਾ, ਸ਼ਾਸਤਰਾਂ ਦਾ, ਜਿਤਨੀਆਂ ਵੀ ਸੰਸਾਰ ਅੰਦਰ ਸ਼ਕਤੀਆਂ ਹਨ, ਇੱਕ ਦੇ ਬਦੌਲਤ ਹਨ। ਇੱਕ ਪਰਮਾਤਮਾ ਦੀ ਓੰਕਾਰ ਦੀ ਸ਼ਕਤੀ ਕਰਕੇ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਵੇਦਾਂ ਦਾ ਨਿਰਮਾਣ ਹੋਇਆ ਉਹ ਵੀ ਓੰਕਾਰ ਦੀ ਸ਼ਕਤੀ ਕਰਕੇ ਹੈ। ਬ੍ਰਹਮਾ ਜੀ ਦੀ ਉਤਪਤੀ ਹੋਈ ਉਹ ਵੀ ਓੰਕਾਰ ਦੀ ਸ਼ਕਤੀ ਕਰਕੇ ਹੈ। ਇਉਂ ਕਹਿ ਲਈਏ ਕਿ ਜੋ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਵਰਤੇਗਾ, ਇਹ ਸਭ ਓੰਕਾਰ ਦੀ ਸ਼ਕਤੀ ਕਰਕੇ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਮਿਲਦਾ ਹੈ। ਸਤਿਗੁਰ ਪ੍ਰਸਾਦ, ਪ੍ਰਸਾਦ ਦਾ ਆਖਰੀ ਅਰਥ ਹੈ ਬਖਸ਼ਿਸ਼। ਐਸਾ ਉਹ ਆਨੰਦ ਸਰੂਪ ਪਰਮਾਤਮਾ ਹੈ, ਗੁਰ ਚੇਤਨ ਸਰੂਪ ਹੈ। ਸਤ ਸਦੀਵ ਕਾਲ ਵਾਸਤੇ ਸੱਚਾ ਉਹ ਵਾਹਿਗੁਰੂ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਐ, ਹੇ ਸਿੱਖੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਰੂਪ ਹੈ ਨਾ, ਉਹ ਪੁਰਖ ਪੁਰਸ਼ਾਰਥ ਹੈ। ਜਗਤ ਦੇ ਅੰਦਰ ਜਿਹੜੇ ਜਿਤਨੇ ਵੀ ਪੁਰਖ ਹੈ ਨਾ, ਜਿਤਨੇ ਵੀ ਪੁਰਸ਼ਾਰਥੀ ਜੀਵ ਹੈ, ਉਹਨਾਂ ਨੂੰ ਪਰਮਾਤਮਾ ਪੁਰਸ਼ਾਰਥ ਦੀ ਸ਼ਕਤੀ ਦੇਣ ਵਾਲਾ ਉਹ ਪਰਮਾਤਮਾ ਹੈ। ਸੋ ਪੁਰਖ ਨਿਰੰਜਨ, ਨਿਰਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਮਾਇਆ ਰੂਪ ਉਹ ਵਿਖੇਪਤਾ ਤੋਂ, ਸੁਰਮੇ ਤੋਂ, ਮਲੀਨਤਾ ਤੋਂ ਪਰਮਾਤਮਾ ਰਹਿਤ ਹੈ, ਕਿਉਂਕਿ ਉਹ ਸ਼ੁੱਧ ਸਰੂਪ ਹੈ। ਇਸ ਲਈ ਨਿਰੰਜਨ, ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ ਉਹ ਪਰਮਾਤਮਾ ਦਾ ਸਰੂਪ ਹੈ। ਹਰ ਪੁਰਖ ਨਿਰੰਜਨ, ਹਰੀ ਹਰ ਇੱਕ ਜੀਵ ਅੰਦਰ ਵਰਤਨ ਵਾਲਾ ਹੈ। ਪੁਰਖ ਨਿਰੰਜਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਚੈ ਕਰਕੇ ਉਹ ਪਰਮਾਤਮਾ ਨੂੰ ਜਾਣੋ ਕਿ ਸਭ ਜੀਵਾਂ ਦੇ ਤਾਈਂ ਉਹ ਪ੍ਰਸ਼ਾਰਤ ਕਰਨ ਵਾਲਾ ਹੈ। ਐਸਾ ਉਹ ਪਰਮੇਸ਼ਰ ਹੈ ਜਿਸ ਵਿੱਚ ਅਵਿਦਿਆ ਰੂਪ ਰਹਿਣ ਨਹੀਂ ਹੈ, ਜਿਸ ਵਿੱਚ ਪਾਪ ਕਰਮਾਂ ਦੀ ਕਿਸੇ ਪ੍ਰਕਾਰ ਦੀ, ਤਮਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਾਲਖ ਨਹੀਂ ਹੈ। ਐਸਾ ਉਹ ਪਰਮੇਸ਼ਰ ਸ਼ੁੱਧ ਸਰੂਪ ਹੈ। ਹਰ ਅਗਮ ਅਗਮ ਅਪਾਰਾ। ਐਸਾ ਹਰੀ ਪਰਮਾਤਮਾ ਦਾ ਸਰੂਪ ਹੈ ਜੋ ਮਨ ਕਰਕੇ ਵੀ ਅਗਮ ਹੈ, ਬਾਣੀ ਕਰਕੇ ਵੀ ਅਗਮ ਹੈ। ਉਹ ਪਰਮਾਤਮਾ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਵੇਦਾਂ ਕਰਕੇ ਵੀ ਅਗਮ ਹੈ। ਵੇਦਾਂ ਦੇ ਦੁਆਰਾ ਵੀ ਪਰਮਾਤਮਾ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ, ਨਾ ਹੀ ਸ਼ਾਸਤਰਾਂ ਦੁਆਰਾ, ਨਾ ਹੀ ਕੋਈ ਆਪਣੇ ਬਲ ਦੁਆਰਾ ਪਰਮਾਤਮਾ ਤੱਕ ਗਮਤਾ ਕਰ ਸਕਦਾ ਹੈ। ਕਿਉਂਕਿ ਨਿਰਗੁਣ ਸਰੂਪ ਦੇ ਅੰਦਰ ਕਿਸ ਢੰਗ ਦੇ ਨਾਲ ਕੋਈ ਜੀਵ ਪਰਮਾਤਮਾ ਦੇ ਸਰੂਪ ਨੂੰ ਕਥਨ ਕਰ ਸਕੇਗਾ। ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਜਿਸ ਤੇ ਪ੍ਰਸੰਨ ਹੋ ਜਾਵੇ,
ਪਰਮੇਸ਼ਰ ਜਿਸ ਜੀਵ ਤੇ ਤਰੁੱਠ ਜਾਵੇ ਆਪਣਾ ਸਰੂਪ ਆਪ ਹੀ ਬੁਝਾ ਦਿੰਦਾ ਹੈ। ਨਹੀਂ ਤਾਂ ਵੇਦਾਂ ਕਰਕੇ, ਸ਼ਾਸਤਰਾਂ ਕਰਕੇ, ਇੰਦਰੀਆਂ ਕਰਕੇ, ਮਨ ਕਰਕੇ, ਕਿਸੇ ਵੀ ਤਰ੍ਹਾਂ ਕਰਕੇ ਪਰਮਾਤਮਾ ਦੇ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ ਹੈ, ਹੇ ਪਰਮਾਤਮਾ ਹਰ ਅਗਮਾ ਅਗਮ ਅਪਾਰਾ। ਹੇ ਪਰਮੇਸ਼ਰ ਗਾਵਾਂ ਤੋਂ ਰਹਿਤ ਆਪ ਜੀ ਦਾ ਸਰੂਪ ਹੈ। ਫਿਰ ਮਹਾਰਾਜ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਸਰੂਪ ਤੱਕ ਕੋਈ ਗਮਤਾ ਨਹੀਂ ਕਰ ਸਕਦਾ। ਕਿਸੇ ਜੀਵ ਦੀ ਆਪਣੀ ਸਮਰੱਥਾ ਹੈ ਹੀ ਨਹੀਂ ਹੈ ਆਪਣੇ ਬਲ ਦੁਆਰਾ ਤੁਹਾਡੇ ਤੱਕ ਕੋਈ ਪਹੁੰਚ ਸਕੇ। ਆਪਣੇ ਬਲ ਕਰਕੇ ਮਹਾਰਾਜ ਤੁਹਾਡੇ ਸਰੂਪ ਦੀ ਕੋਈ ਗਮਤਾ ਨਹੀਂ ਕਰ ਸਕਦਾ। ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰ ਰਹੇ ਆ, ਹੇ ਪ੍ਰਮਾਤਮਾ ਸਾਰੇ ਆਪ ਜੀ ਦੇ ਪੈਦਾ ਕੀਤੇ ਹੋਏ ਸ੍ਰਿਸ਼ਟੀ ਦੇ ਜੀਵ ਆਪ ਜੀ ਨੂੰ ਧਿਆਉਂਦੇ ਸੀ। ਮਹਾਰਾਜ ਹੁਣ ਵੀ ਧਿਆ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਧਿਆਵਣਗੇ। ਹਰ ਸੱਚੇ ਸਿਰਜਣਹਾਰਾ। ਇਹ ਸੱਚੇ ਪਰਮਾਤਮਾ ਹਰੀ ਅਕਾਲ ਪੁਰਖ ਸਾਰੇ ਜੀਵਾਂ ਦੇ ਆਪ ਜੀ ਸਿਰਜਣਾ ਕਰਨ ਵਾਲੇ ਸਿਰਜਣਹਾਰੇ ਹੋ। ਸਭ ਜੀਵਾਂ ਦੀ ਉਤਪਤੀ ਕਰਨ ਵਾਲੇ ਹੋ, ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ। ਹਰ ਸੱਚੇ ਸਿਰਜਣਹਾਰਾ ਤਮਾਮ ਜੀਵਾਂ ਨੂੰ ਮਹਾਰਾਜ ਆਪ ਜੀ ਸਿਰਜਣ ਵਾਲੇ ਹੋ। ਤਨਕ ਮਾਤਰ ਸਮੇਂ ਵਿੱਚ ਜਦੋਂ ਚਾਹੁੰਦੇ ਹੋ ਸਾਰੀ ਸ੍ਰਿਸ਼ਟੀ ਨੂੰ ਸਿਰਜ ਦਿੰਦੇ ਹੋ। ਹੇ ਪਰਮਾਤਮਾ ਜਦੋਂ ਆਪ ਜੀ ਚਾਹੁੰਦੇ ਹੋ ਜੀਵਾਂ ਦੀ ਲੈਤਾ ਕਰਕੇ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦੇ ਹੋ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਹੇ ਪਰਮੇਸ਼ਰ ਜਦੋਂ ਉਦਕਰਕਣ ਸ਼ਕਤੀ ਕਰਦੇ ਹੋ ਤੇ ਸਾਰੇ ਹੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦੇ ਹੋ। ਮਹਾਰਾਜ ਛੋਟੇ ਵੱਡੇ ਆਕਾਰਾਂ ਦੇ ਸੂਖਸ਼ਮ ਸਥੂਲ ਜੀਵਾਂ ਨੂੰ ਆਪ ਜੀ ਬਣਾ ਦਿੰਦੇ ਹੋ। ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਿਤਨੇ ਵੀ ਦੇਹ ਆਕਾਰ ਸਰੀਰ ਸਾਨੂੰ ਨਜ਼ਰ ਆ ਰਹੇ ਹੈ ਨਾ, ਜਦੋਂ ਪਰਮਾਤਮਾ ਆਕਰਖਣ ਸ਼ਕਤੀ ਕਰਦਾ ਹੈ, ਜਦੋਂ ਮਹਾਪਰਲੋ ਕਰਦਾ ਤੇ ਸਾਰੇ ਜੀਵਾਂ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਐਸਾ ਪਰਮਾਤਮਾ ਆਪ ਜੀ ਦਾ ਸਰੂਪ ਹੈ, ਹਰ ਸੱਚੇ ਸਿਰਜਣਹਾਰਾ। ਹੇ ਪਰਮਾਤਮਾ ਆਪ ਜੀ ਦਾ ਸਰੂਪ ਸਦੀਵ ਕਾਲ ਵਾਸਤੇ ਸੱਚਾ ਹੈ। ਇਹ ਸੰਸਾਰ ਦੇ ਅੰਦਰ ਜਿਤਨੇ ਵੀ ਸਿਰਜਣਾ ਕਰਨ ਵਾਲੇ ਹੋ, ਇਹ ਸਰੀਰ ਜਿਤਨੇ ਵੀ ਆਕਾਰ ਨਜ਼ਰ ਆ ਰਹੇ ਹੈ, ਇਹ ਸਦਾ ਵਾਸਤੇ ਰਹਿਣ ਵਾਲੇ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੱਚੇ ਹੋ ਔਰ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਦੇ ਸੀ, ਕਰ ਰਹੇ ਹੋ, ਆਉਣ ਵਾਲੇ ਸਮੇਂ ਵਿੱਚ ਵੀ ਕਰੋਗੇ। ਸਭ ਜੀ ਤੁਮਾਰੇ ਜੀ। ਇਹ ਪਰਮੇਸ਼ਰ ਸਾਰੇ ਆਪ ਜੀ ਦੇ ਪੈਦਾ ਕੀਤੇ ਹੋਏ ਜੀਵ ਹੈ। ਇਹ ਨਹੀਂ ਹੈ ਕਿ ਕਿਸੇ ਨੇ ਆਪਣੇ ਬਲ ਦੁਆਰਾ ਕਿਸੇ ਨੂੰ ਜਗਤ ਅੰਦਰ ਪੈਦਾ ਕੀਤਾ ਹੋਵੇ। ਮਹਾਰਾਜ ਚਾਰ ਖਾਣੀਆਂ ਵਿੱਚ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਜੀਵ ਹੈ। ਕਿਸਾਨ ਮਨੁੱਖ ਦਾਅਵਾ ਕਰਦਾ ਕਿ ਮੈਂ ਧਰਤੀ ਵਿੱਚ ਬੀਜ ਕਰਕੇ ਤਾਂ ਖੇਤੀ ਨੂੰ ਪੈਦਾ ਕੀਤਾ, ਪਰ ਪਰਮਾਤਮਾ ਜੇ ਆਪ ਜੀ ਚਾਹੋ ਤਾਂ ਹੀ ਬੀਜਿਆ ਹੋਇਆ ਬੀਜ ਧਰਤੀ ਵਿੱਚੋਂ ਫਲੀਭੂਤ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਸਭ ਜੀ ਤੁਮਾਰੇ ਜੀ, ਚਾਹੇ ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਹੈ, ਚਾਹੇ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਹੈ, ਚਾਹੇ ਪਸੀਨੇ ਤੋਂ, ਚਾਹੇ ਉਤਪੁਜ ਧਰਤੀ ਖਾਣ ਵਿੱਚੋਂ ਪੈਦਾ ਹੋਣ ਵਾਲੇ ਜੀਵ ਹੈ। ਜੇ ਪਰਮੇਸ਼ਰ ਆਪ ਨੂੰ ਭਾਵੇ ਤਾਂ ਹੀ ਜੀਵ ਦਾ ਜਨਮ ਹੁੰਦਾ ਹੈ। ਜੇ ਨਹੀਂ ਭਾਵਦਾ ਤੇ ਪਰਮਾਤਮਾ ਸੰਸਾਰ ਭਰ ਦੇ ਵਿੱਚ ਭਾਵੇਂ ਜਿਤਨਾ ਮਰਜ਼ੀ ਕੋਈ ਮਨੁੱਖ ਯਤਨ ਕਰਦਾ ਰਹੇ, ਜੀਵ ਦਾ ਜਨਮ ਹੋ ਹੀ ਨਹੀਂ ਸਕਦਾ। ਚਾਹੇ ਕਿਸੇ ਵੀ ਖਾਣੇ ਦੁਆਰਾ ਕੋਈ ਯਤਨ ਕਰਕੇ ਦੇਖ ਲਵੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਸਭ ਜੀਅ ਤੁਮਾਰੇ ਜੀ। ਹੇ ਪਰਮਾਤਮਾ ਤੂੰ ਆਪ ਹੀ ਸਭ ਜੀਵਾਂ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਦੇ ਪੈਦਾ ਕੀਤੇ ਹੋ ਆਪ ਜੀ ਦੇ ਹੀ ਜੀਵ ਹਨ। ਤੂੰ ਜੀਆਂ ਕਾ ਦਾਤਾਰਾ। ਦਾਤਾਰਾ ਕਹਿੰਦੇ ਨੇ ਦਾਤਾਂ ਦੇਣ ਵਾਲੇ ਦਾਤੇ ਨੂੰ। ਹੇ ਪਰਮਾਤਮਾ
ਕੋਈ ਕਿਸੇ ਤਰ੍ਹਾਂ ਕਰਕੇ ਥੋੜਾ ਦਾਨ ਕਰਕੇ ਤੇ ਦਾਤਾ ਆਪਣੇ ਆਪ ਨੂੰ ਅਖਾਵੰਦਾ ਹੈ। ਕੋਈ ਬਹੁਤਾ ਦਾਨ ਕਰਕੇ ਕਹਿੰਦਾ ਜੀ ਮੈਂ ਦਾਤਾ, ਪਰ ਅਸਲ ਵਿੱਚ ਉਹ ਜੀਵਾਂ ਦੀ ਅਗਿਆਤ ਹੈ। हे ਪਰਮੇਸ਼ਰ, ਸਭ ਜੀਵਾਂ ਦੇ ਸ਼੍ਰੋਮਣੀ ਦਾਤੇ ਆਪ ਹੋ, ਸਭ ਜੀਆਂ ਕਾ ਦਾਤਾਰਾ। ਕਿਉਂਕਿ ਜਿੱਥੇ ਵੀ ਕਿਤੇ ਪੈਦਾ ਕੀਤੇ ਹੋਏ ਜੀਵ ਕੋਈ ਜੰਤੂ ਵੈ, ਸਭ ਨੂੰ ਸਮੇਂ ਸਿਰ ਰੋਜੀ ਰੋਟੀ ਦੇਣੀ ਪਰਮਾਤਮਾ ਇਹ ਆਪ ਜੀ ਦੇ ਹੱਥਾਂ ਵਿੱਚ ਹੈ। सब थावां ते जान को देत अजान को देत, जमीन को देत जमान को दै है। काहे को डोलत है तुमरी सुध, सुंदर श्री पदमापत लै है। गुरु कलगीधर पिता महाराज कहते हैं, जिथे भी किते पैदा कीती हुई जीव है, सब दी सुध खबरसार परमेश्वर आप लैंदा है। सब नूं परमात्मा आप रिजक दे रहा है। हे जीव, तू क्यों अपने मन विच डर धारण करदा है। महाराज सच्चे पातशाह सतगुरु रामदास साहब जी फरमान कर रहे हैं, सब जी तुम्हारे जी, तू जिया का दातारा। दाता आरा, दाता देण वाला परमेश्वर तू श्रोमणी दाता है। सबना जिया का एक दाता, सो मैं विसर ना जाई। संसार दे अंदर कोई अजिहे दाते है जो मन विच वडियाई दी भुख लैके दान पुण्य करते हैं। कोई थोड़ा दान करके ते हज़ार करके ते लखां करोड़ां अगे दान परमेश्वर तो मंगते, महाराज सानू होर इहदे बदले दान फलीभूत कर देवे। और कोई साइन बोर्डां ते अपना नाम संसार भर दे विच चमकाउण दे वास्ते किन्ना किन्ना यतन करते हैं। एक वो श्रोमणी दाते है जो परमात्मा की रजा विच रह के जीवन निर्वाह करने वाले है। जो कुछ भी किसी लोड़वंद नूं वो दान करते, ये नहीं कहते कि मैं दान किया। वो मन विच निमरता धारण करके बेनतियां करते ने परमात्मा के चरण विच। हे परमेश्वर, आप जी का शुकराना है। महाराज आप जी दी बख्शियां हुई दातां विच तो आप दे लोड़वंद जीव नूं महाराज दान किया है। परमेश्वर, ये मेरा की बल सीगा। ये निमरतावान हो के जीवन निर्वाह करने वाले जिहड़े श्रोमणी दानी है ना, वो कदे अपना आप जणावदे ही नहीं है। महाराज सच्चे पातशाह हजूर ने फरमान किया, हे परमात्मा, तू जिया का दातारा। जितने भी पैदा किए हुए जीव आप जी दे पैदा किए है। सारी सृष्टि महाराज जीव जंतु आप जी दे सब दे मालक आप हो। फिर सब जीवां नूं समय सिर दाता प्रदान करने वाले दाते भी आप हो। हर त्याब हो संत हो जी। सतगुरु रामदास साहब सच्चे पातशाह जी ने फरमान किया, हे परमेश्वर, आप जी दे बंदगी करने वाले जे महापुरख साडे कोल आउंदे है ना, कोई संत महापुरख चल के आउंदे, उन्हां नूं भी इहो ही असीं प्रेर करके वचन करदे हां। हर त्यावह संत हो जी। जी इत्थे सत्कार वजों महाराज सच्चे पातशाह जी ने उचारण किया है। बार बार हर एक पंक्ति दे विच जी पद आवेगा। सतगुरु जी ने सत्कार वजों उचारण किया कि आओ संत जी, महापुरख जी, आओ भगत जी, कि इहो सत्कार दे नाल गुरमुखां दा इहो निमरतावान होकर के सत्कार करना चाहिए। ये गरीब नवाज सतगुरु जी ने सेहत भी नाल सानू दिती है। क्योंकि साडा सुभाव हुंदा है कि कई बार किसी नूं ओए कह के बुला देना, कई बार अद्धा नाम लैके किसी नूं बुलाउणा, पर सद संगत जी सत्कार दे नाल ही वचन करना चाहिए। हर त्यावह संत हो जी। सतगुरु रामदास साहिब महाराज बख्शिश कर रहे हैं, कहते हे परमात्मा, आप जी दे प्यारे बंदगी करने वाले कोई संत महापुरख आउण ते उन्हां नूं भी सत्कार दे नाल असीं वचन करदे हां कि आवो प्यार दे विच भेज के हे बंदगी करने वाले सतपुरुषो, परमेश्वर नूं ध्यान ना करो। सब दुख विसारण हारा। फिर गुरसिख बेनती करदे सतगुरु जी नूं, हे महाराज सच्चे पातशाह, ध्यान दा कोई ना कोई कारण होवेगा। जगत अंदर कोई भी काम कीता जावे, कोई विशेष करके कार्य करना होवे, उहदा पिछे कोई ना कोई जरूर कारण हुंदा है। ते महाराज सच्चे पातशाह, हे सतगुरु जी, परमेश्वर नूं ध्यान दा कारण की है। हजूर कहंदे हन, फिर यही पंक्ति पढ़ दो जी।
ਹਰ ਧਿਆਵਹੁ ਸੰਤੋਹ ਜੀ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸੀ, ਇਸ ਕਰਕੇ ਬੰਦਗੀ ਕਰਨ ਵਾਲਿਆਂ ਨੂੰ ਪ੍ਰੇਰ ਕਰਕੇ ਬਚਨ ਕਰਦੇ ਹਾਂ ਕਿ ਆਓ ਮਿਲ ਕਰਕੇ ਪਿਆਰ ਦੇ ਨਾਲ ਪਰਮੇਸ਼ਰ ਨੂੰ ਧਿਆਵਣਾ ਕਰੋ। ਸਭ ਦੁਖ ਵਿਸਾਰਨ ਹਾਰਾ। ਕਿਉਂਕਿ ਪਰਮਾਤਮਾ ਸਭ ਦੁੱਖਾਂ ਨੂੰ ਵਿਸਰਜਨ ਕਰ ਦਿੰਦਾ ਹੈ। ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਜਾਵੇ, ਮਨ ਬਾਣੀ ਸਰੀਰ ਕਰਕੇ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਇਆ ਜਾਵੇ, ਸਭ ਦੁੱਖ ਵਿਸਾਰਨ ਹਾਰਾ, ਸਭ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ ਉਹ ਪਰਮੇਸ਼ਰ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਐਸੀ ਸ਼ਕਤੀ ਸਭ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਸਭ ਦੁੱਖ ਵਿਸਾਰਨ ਹਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਪਰਮੇਸ਼ਰ ਨੂੰ ਵਿਸਾਰ ਦਿੰਦੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਵਿਸਾਰਨ ਹਾਰਾ, ਜਿਹੜੇ ਵਿਸਾਰਨ ਵਾਲੇ ਅਗਿਆਤ ਜੀਵ ਹੈ ਨਾ, ਸਭ ਦੁੱਖ ਸਭੇ ਦੁੱਖ ਆ ਕੇ ਉਹਨਾਂ ਨੂੰ ਚੰਬੜ ਜਾਂਦੇ ਹੈ। ਕਿਉਂਕਿ ਜਦੋਂ ਪਰਮਾਤਮਾ ਦੀ ਯਾਦ ਭੁੱਲਦੀ ਹੈ ਨਾ ਸਾਧ ਸੰਗਤ ਜੀ, ਇੱਕ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਪਤਾ ਨਹੀਂ ਕਿਤਨੇ ਕੁ ਦੁੱਖ ਆ ਕਰਕੇ ਜੀਵ ਨੂੰ ਚੰਬੜ ਜਾਂਦੇ ਹੈ। ਜਦੋਂ ਪਰਮੇਸ਼ਰ ਦੀ ਯਾਦ ਹਿਰਦੇ ਵਿੱਚੋਂ ਵਿਸਾਰ ਦਿੰਦਾ ਹੈ, ਜਦੋਂ ਤੱਕ ਪਰਮਾਤਮਾ ਦੀ ਯਾਦ ਹੈ, ਮੂਲ ਦੇ ਨਾਲ ਜੁੜਿਆ ਰਹਿੰਦਾ, ਉਨੀ ਦੇਰ ਤੱਕ ਜੀਵ ਨੂੰ ਸੁੱਖ ਮਿਲਦਾ ਰਹਿੰਦਾ ਹੈ। ਜਿਵੇਂ ਇੱਕ ਟਰਾਂਸਫਾਰਮਰ ਹੁੰਦਾ, ਸਾਧ ਸੰਗਤ ਜੀ, ਬਿਜਲੀ ਦਾ ਕਨੈਕਸ਼ਨ ਪਿੱਛੇ ਟਰਾਂਸਫਾਰਮ ਦੇ ਨਾਲ ਜੁੜਿਆ ਹੋਵੇ ਤੇ ਘਰ ਦੇ ਵਿੱਚ ਲਾਈਟ ਆਉਂਦੀ ਰਹਿੰਦੀ, ਪ੍ਰਕਾਸ਼ ਹੁੰਦਾ ਹੈ। ਫਿਰ ਗਰਮੀ ਦੀ ਰੁੱਤ ਦੇ ਵਿੱਚ ਏਅਰ ਕੰਡੀਸ਼ਨਰ ਏਸੀਆਂ ਰਾਹੀਂ ਜਾਂ ਕੂਲਰ ਚਲਾ ਕਰਕੇ ਸਾਧ ਸੰਗਤ ਜੀ ਸੁੱਖ ਅਸੀਂ ਲੈਂਦੇ ਹਾਂ। ਪਰ ਕਿੰਨੀ ਦੇਰ ਤੱਕ ਸੁੱਖ ਮਿਲਦਾ ਰਹਿੰਦਾ, ਜਿੰਨੀ ਦੇਰ ਤੱਕ ਪਿੱਛੇ ਕਨੈਕਸ਼ਨ ਜੁੜਿਆ ਹੋਇਆ। ਜਦੋਂ ਪਿੱਛੋਂ ਕਨੈਕਸ਼ਨ ਟੁੱਟ ਜਾਵੇ, ਫਿਰ ਬੱਤੀ ਆਉਣੋਂ ਬੰਦ ਹੋ ਜਾਂਦੀ ਹੈ, ਲਾਈਟ ਬੰਦ ਹੋ ਜਾਂਦੀ, ਸਾਰੇ ਸੁੱਖ ਅਲੋਪ ਹੋ ਜਾਂਦੇ ਹੈ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਜੀਵ ਮੂਲ ਸਰੂਪ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ, ਜਿੰਨੀ ਦੇਰ ਤੱਕ ਸੁਰਤ ਰੂਪੀ ਤਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਨੈਕਸ਼ਨ ਬਣਿਆ ਰਹਿੰਦਾ, ਪਰਮਾਤਮਾ ਦੇ ਨਾਲ ਸੁਰਤੀ ਬਿਰਤੀ ਜੋੜ ਕੇ ਰੱਖਦਾ ਹੈ, ਓਨੀ ਦੇਰ ਤੱਕ ਜੀਵ ਦਾ ਜਿਹੜਾ ਜੀਵਨ ਹੈ ਨਾ, ਬੜਾ ਸੁਖਾਲਾ ਨਿਰਵਾਹ ਹੁੰਦਾ ਹੈ। ਜਦੋਂ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ, ਆਪਣੇ ਚਿੱਤ ਦੀ ਬਿਰਤੀ ਨੂੰ ਤੋੜ ਕੇ ਬ੍ਰਹਮਾਕਾਰ ਤੋਂ ਹਟਾ ਕੇ ਸੰਸਾਰਾਕਾਰ ਵਾਲੀ ਬਣਾ ਲੈਂਦਾ, ਗੁਰਮਤਿ ਨੂੰ ਤਿਆਗ ਕੇ ਮਨਮੱਤਾਂ ਕਰਨ ਲੱਗ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਸਾਰੇ ਮਿਲੇ ਹੋਏ ਸੁੱਖ ਜਿਹੜੇ ਅਲੋਪ ਹੋ ਜਾਂਦੇ ਹੈ। ਫਿਰ ਦੁਖੀ ਹੋ ਜਾਂਦਾ, ਦੁੱਖਾਂ ਵਿੱਚ ਘਿਰ ਜਾਂਦਾ, ਇੱਕ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਦੁੱਖ ਆ ਕੇ ਜੀਵ ਨੂੰ ਚੰਬੜਦੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਹੇ ਗੁਰਸਿੱਖੋ, ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਜਾਵੇ, ਸਭ ਦੁੱਖ ਵਿਸਾਰਨ ਹਾਰਾ, ਜਿਤਨੇ ਵੀ ਦੁੱਖ ਹੈ ਸਭ ਨੂੰ ਵਿਸਰਜਨਾ ਕਰ ਦਿੰਦਾ ਹੈ। ਪਰਮਾਤਮਾ ਸਭ ਦੁੱਖਾਂ ਦੀ ਨਿਵਰਤੀ ਕਰ ਦਿੰਦਾ। ਤੇ ਜੇ ਪਰਮਾਤਮਾ ਨੂੰ ਜੀਵ ਵਿਸਾਰ ਦਿੰਦੇ ਹੈ, ਸਭ ਦੁੱਖ ਸਭੇ ਦੁੱਖ ਆ ਕੇ ਜੀਵ ਨੂੰ ਚੰਬੜ ਜਾਂਦੇ ਹਨ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਦਾ ਠਾਕੁਰ ਮਾਲਕ ਹੈ, ਹਰ ਆਪੇ ਸੇਵਕ ਜੀ। ਤੇ ਪਰਮੇਸ਼ਰ ਆਪ ਹੀ ਸੇਵਕ ਰੂਪ ਹੋ ਕਰਕੇ ਜਗਤ ਅੰਦਰ ਕੋਈ ਸੰਸਾਰ ਦੀ ਸੇਵਾ ਕਰ ਰਿਹਾ ਹੈ, ਗਰੀਬਾਂ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ, ਕੋਈ ਗੁਰੂ ਚਰਨਾਂ ਦਾ ਸੇਵਕ ਬਣ ਕੇ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਹੈ, ਕੋਈ ਗੁਰੂ ਕੇ ਲੰਗਰਾਂ ਦੇ ਵੀ ਸੇਵਕ ਬਣ ਕੇ ਸੇਵਾ ਕਰ ਰਿਹਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। हे ਪਰਮਾਤਮਾ ਜੀ, ਆਪ ਹੀ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। हे ਪਰਮੇਸ਼ਰ, ਆਪ ਹੀ ਸਭ ਜੀਵਾਂ ਦੇ ਸੇਵਕ, ਸੇਵਾ ਕਰਨ ਵਾਲੇ ਮਹਾਰਾਜ ਸੇਵਕ ਰੂਪ ਹੋ ਕਰਕੇ ਆਪ ਜੀ ਵਰਤ ਰਹੇ ਹੋ। ਹਰ ਆਪੇ ਠਾਕੁਰ ਮਹਾਰਾਜ ਆਪ ਜੀ ਗੁਰੂ ਰੂਪ ਹੋ ਕਰਕੇ ਮਾਲਕ, ਸਰਬੱਗ ਸ਼ਕਤੀਆਂ ਦੇ ਦੇਣ ਵਾਲੇ, ਸਭ ਦਾਤਾਂ ਪ੍ਰਦਾਨ ਕਰਨ ਵਾਲੇ ਮਾਲਕ ਰੂਪ ਹੋ। ਹਰ ਆਪੇ ਸੇਵਕ ਜੀ, ਆਪ ਹੀ ਗੁਰਸਿੱਖ ਰੂਪ ਹੋ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਆ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ, ਸ਼ੁਭ ਗੁਣਾਂ ਦੀ ਦਾਤ ਮੰਗਣ ਵਾਲੇ ਹੈ। ਔਰ ਇਸੇ ਪ੍ਰਕਾਰ ਹਰ ਆਪੇ ਠਾਕੁਰ
ਆਪ ਹੀ ਮਹਾਰਾਜ ਠਾਕੁਰ ਰੂਪ ਹੋ ਕਰਕੇ ਬ੍ਰਹਮ ਬੇਤੇ ਰੂਪ ਹੋ ਕਰਕੇ ਜਗਤ ਅੰਦਰ ਵਰਤਦੇ ਹੋ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਮਹਾਰਾਜ ਆਪ ਜੀ ਵਰਤਨ ਵਾਲੇ ਹੋ। ਔਰ ਹਰ ਆਪੇ ਸੇਵਕ ਜੀ ਆਪ ਹੀ ਜਗਿਆਸੂ ਰੂਪ ਹੋ ਕਰਕੇ ਮਹਾਰਾਜ ਸੇਵਕ ਬਣ ਕਰਕੇ ਮਹਾਤਮਾ ਦੀ ਸੰਗਤ ਵਿੱਚ ਮਿਲ ਕਰਕੇ ਉਹਨਾਂ ਦੀ ਬਚਨਾਂ ਦੀ ਪਾਲਣਾ ਕਰਨ ਵਾਲੇ ਹੋ। ਐਸਾ ਮਹਾਰਾਜ ਆਪ ਜੀ ਦਾ ਸਰੂਪ ਹੈ। ਕਿਉਂਕਿ ਹਜੂਰ ਨੇ ਫਰਮਾਨ ਕੀਤਾ ਹੈ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਉਹਨਾਂ ਵਿੱਚ ਵੀ ਪਰਮਾਤਮਾ ਦੀ ਜੋਤ ਹੈ। ਜਿਹੜੇ ਪਦਾਰਥਾਂ ਨੂੰ ਵਿਸ਼ਿਆਂ ਨੂੰ ਭੋਗਣ ਵਾਲੇ ਉਹਨਾਂ ਵਿੱਚ ਵੀ ਪਰਮਾਤਮਾ ਦੀ ਹੀ ਜੋਤ ਹੈ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਚ ਪਿਆਲ ਜੀਓ। हे ਪਰਮਾਤਮਾ, ਆਪ ਜੀ ਦੇ ਅਚੰਭੇ ਦੇ ਕੌਤਕਾਂ ਨੂੰ ਮਹਾਰਾਜ ਕੋਈ ਅੰਤ ਨਹੀਂ ਪਾ ਸਕਦਾ। हे ਪਰਮੇਸ਼ਰ, ਆਪ ਹੀ ਮਾਲਕ ਰੂਪ ਆਪ ਹੀ ਸੇਵਕ ਰੂਪ ਹੋ ਕੇ ਵਰਤ ਰਹੇ ਹੋ। ਕਿਆ ਨਾਨਕ ਜੰਤ ਵਿਚਾਰਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੀਵ ਬਪੜਾ ਕੀ ਆਪ ਜੀ ਦੀ ਮਹਾਰਾਜ ਵਿਚਾਰ ਕਰ ਸਕਦਾ ਹੈ। हे ਪਰਮਾਤਮਾ, ਅਸੀਂ ਆਪ ਜੀ ਦੇ ਅਚਰਜ ਕੌਤਕਾਂ ਦੀ ਭਲਾ ਕਿੰਨੀ ਕੋ ਵਿਚਾਰ ਕਰ ਸਕਦੇ ਹਾਂ, ਕਹਿਣੇ ਕਥਨੇ ਤੋਂ ਬਾਹਰ ਹੈ। ਇੱਕ ਪਾਸੇ ਮਹਾਰਾਜ ਗੁਰਮੁਖਾਂ ਵਿੱਚ ਆਪ ਜੀ ਦਾ ਸਰੂਪ ਹੈ। हे ਪਰਮਾਤਮਾ, ਮਨਮੁਖਾਂ ਵਿੱਚ ਵੀ ਆਪ ਜੀ ਦੀ ਹੀ ਜੋਤ ਹੈ। ਦਾਨੀਆਂ ਵਿੱਚ ਮਹਾਰਾਜ ਆਪ ਜੀ ਦੀ ਜੋਤ ਹੈ। ਪਾਪੀਆਂ ਵਿੱਚ ਪੁੰਨੀਆਂ ਵਿੱਚ ਵੀ ਮਹਾਰਾਜ ਆਪ ਜੀ ਦੀ ਜੋਤ ਹੈ। ਫਿਰ ਮਹਾਰਾਜ ਕਿਵੇਂ ਆਪ ਜੀ ਦੇ ਅਚਰਜ ਕੌਤਕਾਂ ਨੂੰ ਕੋਈ ਕਥਨ ਕਰ ਸਕਦਾ ਹੈ। हे ਪਰਮਾਤਮਾ, ਕਿਆ ਨਾਨਕ ਜੰਤ ਵਿਚਾਰਾ। ਇਹ ਸੰਸਾਰ ਭਰ ਦੇ ਜੀਵਾਂ ਬਪੜਿਆਂ ਦੇ ਮਹਾਰਾਜ ਹੱਥ ਵਿੱਚ ਕੁਝ ਵੀ ਨਹੀਂ ਹੈ। ਮਹਾਰਾਜ ਜੋ ਆਪ ਜੀ ਦੇ ਸਰੂਪ ਦੀ ਕੋਈ ਵਿਚਾਰ ਕਰ ਸਕੇ, ਆਪਣਾ ਕਿਸੇ ਦਾ ਬਲ ਨਹੀਂ ਹੈ। ਜਿਨ੍ਹਾਂ ਨੂੰ ਮਹਾਰਾਜ ਜਿੰਨੀ ਕੋ ਸੋਝੀ ਬਖਸ਼ਦੇ ਓਨੀ ਕੋ ਆਪ ਜੀ ਦੇ ਸਰੂਪ ਦੀ ਵਿਚਾਰ ਕਰਦਾ ਹੈ। ਜਿਵੇਂ ਪੰਛੀ ਆਕਾਸ਼ ਵਿੱਚ ਉੱਚੀ ਤੋਂ ਉੱਚੀ ਉਡਾਰੀ ਮਾਰ ਸਕਦਾ ਹੈ, ਆਕਾਸ਼ ਵਿੱਚ ਉਡਾਰੀ ਮਾਰ ਕੇ ਆਨੰਦ ਮਾਣ ਸਕਦਾ ਹੈ, ਪਰ ਆਕਾਸ਼ ਦਾ ਅੰਤ ਤਾਂ ਨਹੀਂ ਨਾ ਪਾ ਸਕਦਾ। ਮੱਛੀ ਹੈ, ਪਾਣੀ ਵਿੱਚ ਸਮੁੰਦਰ ਦੇ ਵਿੱਚ ਜਿਤਨੀ ਮਰਜ਼ੀ ਲੰਬੀ ਤੋਂ ਲੰਬੀ ਦੂਰੀ ਤੱਕ ਜਿਤਨੀ ਮਰਜ਼ੀ ਟੁੱਬੀ ਲਗਾ ਕੇ ਉਹਦਾ ਆਨੰਦ ਮਾਣ ਸਕਦੀ ਹੈ, ਪਰ ਕਦੇ ਸਾਧ ਸੰਗਤ ਜੀ ਉਹਦਾ ਅੰਤ ਨਹੀਂ ਪੈਂਦਾ। ਸਮੁੰਦਰ ਦੇ ਪਾਣੀ ਦਾ ਮੱਛੀ ਤੋਂ ਅੰਤ ਨਹੀਂ ਪਾਇਆ ਜਾਂਦਾ। ਤਿਵੇਂ ਅਥਾਹ ਪਰਮੇਸ਼ਰ ਦੇ ਸਰੂਪ ਦਾ ਕਿਸੇ ਜੀਵ ਤੋਂ ਅੰਤ ਨਹੀਂ ਪਾਇਆ ਜਾਂਦਾ। हे ਪਰਮਾਤਮਾ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। हे ਪਰਮੇਸ਼ਰ, ਕਿਸੇ ਤੋਂ ਆਪ ਜੀ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਆਪ ਜੀ ਦੇ ਗੁਣ ਗਾ ਕੇ ਮਹਾਰਾਜ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪ ਆਪਨੇ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਕੋ ਮਹਾਰਾਜ ਸਮਤ ਕਿਸੇ ਨੂੰ ਬਖਸ਼ਦੇ ਹੋ, ਉਹਨਾਂ ਕੋ ਆਪ ਜੀ ਨੂੰ ਕਥਨ ਕਰ ਦਿੰਦਾ ਹੈ। ਕਿਆ ਨਾਨਕ ਜੰਤ ਵਿਚਾਰਾ। हे ਪਰਮੇਸ਼ਰ, ਅਸੀਂ ਆਪ ਜੀ ਦੇ ਸਰੂਪ ਦੀ ਕਿੰਨੀ ਕੁ ਵਿਚਾਰ ਕਰ ਸਕਦੇ ਹਾਂ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। हे ਪਰਮਾਤਮਾ, ਆਪ ਜੀ ਸਰਬੱਗ ਜੀਵਾਂ ਦੇ ਅੰਦਰ ਨਿਰੰਤਰ ਲਗਾਤਾਰ ਇੱਕ ਰਸ ਆਪ ਜੀ ਦੀ ਮਹਾਰਾਜ ਜੋਤ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ। ਘਟ ਘਟ ਹਿਰਦਿਆਂ ਦੇ ਵਿੱਚ ਮਹਾਰਾਜ ਆਪ ਜੀ ਦੀ ਜੋਤ ਵਰਤ ਰਹੀ ਹੈ। ਘਟ ਘਟ ਫਿਰ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜਿਤਨੇ ਵੀ ਆਪ ਜੀ ਦੇ ਪੈਦਾ ਕੀਤੇ ਜੀਵ ਹੈ, ਸਭ ਜੀਵਾਂ ਦੇ ਅੰਦਰ ਮਹਾਰਾਜ ਨਿਰੰਤਰ ਲਗਾਤਾਰ ਆਪ ਜੀ ਦਾ ਜੋ ਸਰੂਪ ਹੈ, ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਕੋਈ ਛੋਟੇ ਆਕਾਰ ਦਾ ਹੈ, ਚਾਹੇ ਵੱਡੇ ਆਕਾਰ ਦਾ ਹੈ, ਪਰ ਜੋਤ ਆਪ ਜੀ ਦੀ ਇਕਸਾਰ ਇੱਕੋ ਜਿਹੀ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ। ਇਹ ਨਹੀਂ ਕਿ ਛੋਟੇ ਆਕਾਰ ਦਾ ਜੀਵ ਉਹਦੇ ਵਿੱਚ ਛੋਟੀ ਜੋਤ ਹੈ, ਵੱਡੇ ਆਕਾਰ ਦਾ ਜੀਵ ਤੇ ਉਸ ਵਿੱਚ ਕਿਸੇ ਮਹਾਰਾਜ ਆਪ ਜੀ ਦੀ ਵੱਡੀ ਜੋਤ ਨਹੀਂ। ਸਭ ਜੀਵਾਂ ਦੇ ਅੰਦਰ ਇੱਕੋ ਜਿਹੀ ਆਪ ਜੀ ਦੀ ਜੋਤ ਵਰਤ ਰਹੀ ਹੈ। ਜਿਤਨੇ ਵੀ ਆਪ ਜੀ ਦੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਆ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। हे ਪਰਮਾਤਮਾ ਜੀ, ਆਪ ਜੀ ਲਗਾਤਾਰ ਸਭ ਘਟਾਂ ਜੀਵਾਂ ਵਿੱਚ ਵਰਤ ਰਹੇ ਹੋ। ਹਰ ਏਕੋ ਪੁਰਖ ਸਮਾਣਾ। ਹਰੀ ਪਰਮੇਸ਼ਰ ਆਪ ਜੀ ਇੱਕੋ ਹੀ ਪੁਰਖ ਆਪ ਜੀ ਦਾ ਸਰੂਪ ਹੈ, ਜੋ ਸਭ ਜੀਵਾਂ ਦੇ ਵਿੱਚ ਸਮਾਇਆ ਹੈ। ਹਰ ਏਕੋ ਪੁਰਖ ਸਮਾਣਾ,
ਅਥਵਾ ਜਿਨ੍ਹਾਂ ਨੇ ਕੇਵਲ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਹੈ, ਉਹਨਾਂ ਦਾ ਉਹ ਪਰਮਾਤਮਾ ਦੀ ਵੀ ਸਮਾਉਣਾ ਹੋਇਆ ਹੈ। ਜਿਨ੍ਹਾਂ ਨੇ ਦੁੰਦਵਾਦ ਖਤਮ ਕਰ ਦਿੱਤਾ, ਜੀਵਨ ਵਿੱਚੋਂ ਜਿਨ੍ਹਾਂ ਨੇ ਦੁਬਿਧਾ ਮਿਟਾ ਦਿੱਤੀ, ਭਰਮ ਰੂਪੀ ਪਰਦਾ ਹਟਾ ਕੇ ਕੇਵਲ ਇੱਕ ਪਰਮਾਤਮਾ ਸੱਚ ਦੇ ਨਾਲ ਜੁੜਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਹਰ ਇੱਕੋ ਪੁਰਖ ਸਮਾਣਾ, ਉਹਨਾਂ ਦਾ ਇੱਕ ਪੁਰਖ ਸਰੂਪ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ ਹੈ। ਇੱਕ ਦਾਤੇ ਇੱਕ ਭਿਖਾਰੀ ਜੀ। ਇਹ ਪਰਮਾਤਮਾ ਇੱਕ ਆਪ ਜੀ ਦੇ ਪੈਦਾ ਕੀਤੇ ਹੋਏ ਦਾਤੇ ਜੋ ਦਾਨ ਪੁੰਨ ਕਰਦੇ ਐ। ਇੱਕ ਉਹ ਹਨ ਮਹਾਰਾਜ ਜਿਹੜੇ ਭਿਖਿਆ ਮੰਗਦੇ ਪਏ ਭਿਖਾਰੀ ਹਨ। ਐਸੇ ਅਚਰਜ ਆਪ ਜੀ ਦੇ ਕੌਤਕ ਹੈ। ਇੱਕ ਦਾਤੇ ਇੱਕ ਭਿਖਾਰੀ ਜੀ। हे ਪਰਮਾਤਮਾ ਜੀ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਪੂਰਬਲੇ ਜਨਮਾਂ ਵਿੱਚ ਪੁੰਨ ਕਰਮ ਕੀਤੇ, ਉਹਨਾਂ ਨੂੰ ਦਾਤੇ ਦਾਨੀ ਬਣਾ ਦਿੱਤਾ ਹੈ। ਉਹ ਦਾਨ ਪੁੰਨ ਕਰਦੇ ਹੈ। ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਪੁੰਨ ਕਰਮ ਨਹੀਂ ਸਨ ਕੀਤੇ, ਕੇਵਲ ਪਾਪ ਕਰਮ ਹੀ ਕੀਤੇ ਹੈ, ਉਹਨਾਂ ਨੂੰ ਭਿਖਾਰੀ ਬਣਾਇਆ। ਉਹ ਭਿਖਿਆ ਮੰਗਦੇ ਪਏ ਹੱਥ ਅੱਡ ਅੱਡ ਕੇ। ਐਸੇ ਮਹਾਰਾਜ ਆਪ ਜੀ ਦੇ ਅਚਰਜ ਕੌਤਕ ਹਨ। ਸਭ ਤੇਰੇ ਚੋਜ ਬਿਡਾਣਾ। हे ਪਰਮਾਤਮਾ, ਇਹ ਸਭ ਆਪ ਜੀ ਦੇ ਹੀ ਅਚਰਜ ਚੋਜ ਹਨ। ਅਚਰਜ ਆਪ ਜੀ ਦੇ ਕੌਤਕ ਹੈ। ਵਿਡਾਣਾ ਕਹੀਏ ਕਿ ਅਚਰਜ ਬੜੇ ਬਿਸਮਾਦ, ਹੈਰਾਨ ਕਰ ਦੇਣ ਵਾਲੇ ਅਚੰਬੇ ਦੇ ਅਚਰਜ ਆਪ ਜੀ ਦੇ ਮਹਾਰਾਜ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। हे ਪਰਮਾਤਮਾ, ਆਪ ਜੀ ਸਭ ਸੰਸਾਰ ਭਰ ਦੇ ਜੀਵਾਂ ਨੂੰ ਭੋਗ ਕਰਕੇ ਮਹਾਰਾਜ ਜੀਵਾਂ ਨੂੰ ਦਾਤਾਂ ਦੇਣ ਵਾਲੇ ਵੀ ਆਪ ਹੋ, ਤੇ ਜੀਵਾਂ ਨੂੰ ਭੋਗ ਕਰਕੇ ਦਾਤਾਂ ਨੂੰ ਭੋਗਣ ਵਾਲੇ ਵੀ ਆਪ ਹੀ ਹੋ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਆਪ ਦਾਤਾ ਰੂਪ ਹੋ ਕਰਕੇ ਸਭ ਜੀਵਾਂ ਨੂੰ ਕਰਮਾਂ ਅਨੁਸਾਰ ਦਾਤਾਂ ਪ੍ਰਦਾਨ ਕਰ ਰਹੇ ਹੋ। हे ਪਰਮਾਤਮਾ, हे ਅਕਾਲ ਪੁਰਖ, ਤੂੰ ਆਪੇ ਭੁਗਤਾ ਜੀ। ਫਿਰ ਜੀਵਾਂ ਰੂਪ ਹੋ ਕਰਕੇ ਦਾਤਾਂ ਨੂੰ ਭੋਗਣ ਵਾਲੇ ਵੀ ਆਪ ਹੋ। ਕਿਉਂਕਿ ਜੇ ਦਾਤਾਂ ਦੇਣ ਵਾਲਾ ਪਰਮੇਸ਼ਰ ਆਪ ਹੈ, ਤੇ ਜਿਹੜੇ ਦਾਤਾਂ ਸੰਸਾਰ ਦੇ ਅੰਦਰ ਮਿਲੀਆਂ ਹੋਈਆਂ ਦਾਤਾਂ ਨੂੰ ਭੋਗਦੇ ਆ, ਧਨ ਪਦਾਰਥ ਹੈ, ਵਰਤਦੇ ਜੀਵਨ ਦੇ ਵਿੱਚ ਖਾਂਦੇ ਪਹਿਨਦੇ ਹੈ, ਇਹ ਜੀਵਾਂ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਐਸੇ ਅਚਰਜ ਮਹਾਰਾਜ ਆਪ ਜੀ ਦੇ ਕੌਤਕ ਹਨ। ਹਉ ਤੁਧ ਬਿਨ ਅਵਰ ਨ ਜਾਣਾ। ਇਹ ਪਰਮਾਤਮਾ, ਆਪ ਜੀ ਦੇ ਸਰੂਪ ਤੋਂ ਬਿਨਾ ਹੋਰ ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ ਕਿ ਪਰਮਾਤਮਾ ਤੂੰ ਆਪ ਹੀ ਸਭ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਹਉ ਤੁਧ ਬਿਨ ਅਵਰ ਨਾ ਜਾਣਾ। ਅਵਰ ਹੋਰ ਕਿਸੇ ਥਾਂ ਤੇ ਵੀ ਕਿਸੇ ਨੂੰ ਨਹੀਂ ਜਾਣਨਾ ਕੀਤਾ ਕਿ ਮਹਾਰਾਜ ਆਪ ਜੈਸਾ ਕੋਈ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਹੋਵੇ। ਜੋ ਆਪ ਜੀ ਦੇ ਸਮਸਤ ਕੋਈ ਸੰਸਾਰ ਦੇ ਅੰਦਰ ਸ਼ਕਤੀ ਹੋਵੇ, ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ। ਕਿਉਂਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ, ਪਰਵਰਿਸ਼ ਕਰਨ ਵਾਲੇ, ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲੇ ਆਪ ਹੋ। ਮਹਾਰਾਜ ਫਿਰ ਤੁਹਾਡੇ ਬਰਾਬਰ ਹੋਰ ਕਿਸ ਸ਼ਕਤੀ ਨੂੰ ਜਾਣਨਾ ਕਰੀਏ। ਸਭ ਨੇ ਆਪ ਜੀ ਤੋਂ ਹੀ ਬਲ ਲੈਣਾ ਕੀਤਾ ਹੈ। ਪਰਮਾਤਮਾ ਕੋਈ ਤਨ ਕਰਕੇ, ਕੋਈ ਮਨ ਕਰਕੇ, ਆਤਮਿਕ ਕਰਕੇ ਬਲ ਮੰਗਦਾ ਹੈ। ਸਭ ਜੀਵਾਂ ਨੂੰ ਬਲ ਦੇਣ ਵਾਲੇ ਪਰਮੇਸ਼ਰ ਆਪ ਹੋ। ਸਭ ਜੀਵਾਂ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੇ ਆਪ ਹੋ। ਇਸ ਲਈ ਹਉ ਤੁਧ ਬਿਨ ਅਵਰ ਨਾ ਜਾਣਾ। हे ਪਰਮਾਤਮਾ, ਆਪ ਜੀ ਤੋਂ ਬਿਨਾ ਹੋਰ ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ। ਸਭ ਘਟਾਂ ਵਿੱਚ ਆਪ ਜੀ ਦਾ ਹੀ ਸਰੂਪ ਜਾਣੀਦਾ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੂੰ ਪਾਰ ਬ੍ਰਹਮ, हे ਪਰਮਾਤਮਾ, ਤੂੰ ਪਾਪਾਂ ਪੁੰਨਾਂ ਤੋਂ ਪਰੇ ਹੈ। ਪਾਰ ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਬ੍ਰਹਮ ਸਰੂਪ ਹੈ। ਸਤ ਚੇਤਨ ਆਨੰਦ ਆਪ ਜੀ ਦਾ ਸਰੂਪ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਐਸਾ ਆਪ ਜੀ ਦਾ ਸਰੂਪ ਹੈ ਜਿਹਦਾ ਕੋਈ ਅੰਤ ਹੀ ਨਹੀਂ ਪਾ ਸਕਦਾ। ਨਾ ਪਿਛੇ ਮਹਾਰਾਜ ਲੰਘੇ ਹੋਏ ਸਮੇਂ ਵਿੱਚ ਕਿਸੇ ਨੇ ਪਾਇਆ ਸੀ, ਨਾ ਹੁਣ ਕੋਈ ਆਪ ਜੀ ਦੇ ਸਰੂਪ ਦਾ ਅੰਤ ਪਾ ਸਕਦਾ ਹੈ, ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਪਾ ਸਕੇਗਾ।
ਐਸਾ ਮਹਾਰਾਜ ਪਾਰਾਵਾਰ ਤੋਂ ਰਹਿਤ ਬ੍ਰਹਮ ਆਪ ਜੀ ਦਾ ਸਰੂਪ ਹੈ। ਤੇਰੇ ਕਿਆ ਗੁਣ ਆਖ ਵਖਾਣਾ। हे ਪਰਮਾਤਮਾ ਜੀ, ਆਪ ਜੀ ਦੇ ਕਿਹੜੇ ਕਿਹੜੇ ਗੁਣ ਕਹਿ ਕੇ ਅਸੀਂ ਵਿਖਿਆਨ ਕਥਨ ਕਰਨਾ ਕਰੀਏ, ਕਿਉਂਕਿ ਹੈ ਹੀ ਆਪ ਜੀ ਦੇ ਮਹਾਰਾਜ ਬੇਅੰਤ ਗੁਣ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਰ ਲਾਗੈ ਢੂੜ ਰਹੇ ਹਮ ਮੂਚਾ। ਸੰਸਾਰ ਭਰ ਵਿੱਚ ਢੂੰਡ ਕੇ ਭਾਲ ਕੇ ਦੇਖ ਲਿਆ, ਪਰ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੈਸਾ ਕੋਈ ਉੱਚਾ, ਕੋਈ ਵੱਡਾ, ਕੋਈ ਬੇਅੰਤ ਵਾਹਿਗੁਰੂ ਜੈਸਾ ਕੋਈ ਸੰਸਾਰ ਦੇ ਅੰਦਰ ਕੋਈ ਵੀ ਸ਼ਕਤੀ ਸਾਨੂੰ ਕਿਸੇ ਥਾਂ ਤੇ ਨਜ਼ਰ ਨਹੀਂ ਆਵਣਾ ਕੀਤੀ। ਪਰਮਾਤਮਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਕਿਹੜੇ ਕਿਹੜੇ ਗੁਣ ਆਪ ਜੀ ਦੇ ਮਹਾਰਾਜ ਕਹਿ ਕੇ ਅਸੀਂ ਕਥਨ ਕਰੀਏ ਸਾਂ। ਮਹਾਰਾਜ ਬੇਅੰਤ ਆਪ ਜੀ ਦੇ ਗੁਣ ਹੈ, ਸਾਡੀ ਰਸਨਾ ਇੱਕ ਵੈ, ਤੇ ਫਿਰ ਕਿਵੇਂ ਆਪ ਜੀ ਦੇ ਗੁਣਾਂ ਦਾ ਅੰਤ ਪਾ ਸਕਦੇ ਹਾਂ। ਜੋ ਸੇਵ ਹੈ ਤੁਧ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, हे ਪਰਮਾਤਮਾ, ਜੋ ਆਪ ਜੀ ਦੇ ਨਿਰਗੁਣ ਸਰੂਪ ਦੀ ਧਿਆਨ ਧਾਰਨ ਰੂਪ ਸੇਵਾ ਕਰਦੇ ਹੈ, ਜੋ ਆਪ ਜੀ ਦੇ ਸਰਗੁਣ ਸਰੂਪ ਨੂੰ ਮਹਾਰਾਜ ਜਾਣ ਕੇ ਭਾਵਨਾ ਦੇ ਨਾਲ ਆਪ ਜੀ ਦੀ ਬੰਦਗੀ ਕਰਦੇ ਆ, ਆਪ ਦੀ ਸੇਵਾ ਕਰਦੇ ਹਨ। ਜਨ ਨਾਨਕ ਤਿਨ ਕੁਰਬਾਨਾ। ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜੋ ਮਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਸੇਵਾ ਕਰਦੇ ਆ, ਮਨ ਰੂਪ ਹੱਥਾਂ ਦੇ ਨਾਲ ਆਪ ਜੀ ਦੇ ਨਾਮ ਰੂਪ ਚਰਨਾਂ ਨੂੰ ਮਹਾਰਾਜ ਸਪਰਸ਼ ਕਰਦੇ, ਉਹਨਾਂ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ। ਜੋ ਸਰੀਰ ਕਰਕੇ ਵੀ ਮਹਾਰਾਜ ਪ੍ਰਤੱਖ ਆਪ ਜੀ ਦੇ ਸਰੂਪ ਦੀ ਸੇਵਾ ਕਰਦੇ ਹੈ, ਜਨ ਨਾਨਕ ਤਿਨ ਕੁਰਬਾਨਾ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜੋ ਗੁਰਮੁਖ ਹਰ ਸਮੇਂ ਪਰਮਾਤਮਾ ਦੇ ਸਰੂਪ ਨੂੰ ਹਾਜ਼ਰ ਨਾਜ਼ਰ ਜਾਣ ਕੇ ਭਾਵਨਾ ਨਾਲ ਸੇਵਾ ਕਰਦੇ ਹਨ। ਹਰ ਧਿਆਬ ਹੈ ਤੁਧ ਜੀ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, हे ਪਰਮਾਤਮਾ, हे ਹਰਿ ਅਕਾਲ ਪੁਰਖ ਜੀ, ਆਪ ਜੀ ਨੂੰ ਪਿਛਲੇ ਸਮੇਂ ਦੇ ਵਿੱਚ ਵੀ ਆਪ ਜੀ ਦੇ ਪਿਆਰੇ ਧਿਆਉਂਦੇ ਸਨ। ਮਹਾਰਾਜ ਆਪ ਜੀ ਨੂੰ ਧਿਆਉਣੇ ਯੋਗ ਜਾਣ ਕਰਕੇ ਹੁਣ ਵੀ ਧਿਆ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਧਿਆਉਣਗੇ। हे ਪਰਮਾਤਮਾ, ਜਿਨ੍ਹਾਂ ਨੇ ਮਨ ਕਰਕੇ ਆਪ ਜੀ ਨੂੰ ਧਿਆਉਣੇ ਯੋਗ ਸਰੂਪ ਜਾਣ ਕੇ ਧਿਆਇਆ ਹੈ, ਜਿਨ੍ਹਾਂ ਨੇ ਸਰੀਰ ਕਰਕੇ ਵੀ ਧਿਆਉਣੇ ਯੋਗ ਆਪ ਜੀ ਦੇ ਸਰੂਪ ਨੂੰ ਧਿਆਇਆ ਹੈ, ਸੇ ਜਨ ਜੁਗ ਮਹਿ ਸੁਖ ਬਾਸੀ। ਉਹ ਆਪ ਜੀ ਦੇ ਪਿਆਰੇ ਜਨ ਜੁਗਾਂ ਜੁਗਾਂ ਦੇ ਵਿੱਚ ਸੁਖਾਂ ਦੇ ਨਾਲ ਵਸਦੇ ਹੈ। ਮਹਾਰਾਜ ਉਹ ਸਤਜੁਗ ਦੇ ਵਿੱਚ ਵੀ ਉਹਨਾਂ ਦਾ ਜੀਵਨ ਬੜਾ ਸੁਖਾਲਾ ਨਿਰਵਾਹ ਹੁੰਦਾ ਸੀਗਾ, ਫਿਰ ਤ੍ਰੇਤੇ ਵਿੱਚ ਵੀ ਉਹ ਬੜੇ ਮਹਾਰਾਜ ਸੁਖੀ ਜੀਵਨ ਵਾਲੇ ਵਸਦੇ ਸਨ। ਦੁਆਪਰ ਦੇ ਵਿੱਚ ਵੀ ਉਹਨਾਂ ਨੇ ਸੁਖਾਲਾ ਜੀਵਨ ਨਿਰਵਾਹ ਕੀਤਾ, ਤੇ ਹੁਣ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਸ ਵਿੱਚ ਹੈ ਹੀ ਕਲ ਕਲੇਸ਼ ਹੈ, ਜਿੱਧਰ ਵੀ ਦੇਖ ਲਓ ਈਰਖਾਬਾਜੀ ਦੁਬਦਾ ਹੈ, ਵਿਕਾਰਾਂ ਦਾ ਬਹੁਤ ਜ਼ਿਆਦਾ ਪ੍ਰਬਲ ਜ਼ੋਰ ਜਾ ਰਿਹਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸੱਚ ਜਿਹੜਾ ਹੈ ਉਹ ਸੱਚ ਨਾਮ ਦੀ ਚੀਜ਼ ਰਹਿ ਹੀ ਨਹੀਂ ਗਈ, ਸਭ ਥਾਵਾਂ ਤੇ ਕੂੜ ਦਾ ਹੀ ਪਸਾਰਾ ਹੈ। ਪਰ ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ, ਉਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਵੀ ਜੀਵਨ ਉਹਨਾਂ ਦਾ ਬੜਾ ਸੁਖਾਲਾ ਨਿਰਵਾਹ ਹੁੰਦਾ ਹੈ। ਉਹ ਮਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਹੈ। ਜਿਵੇਂ ਹਜੂਰ ਨੇ ਫਰਮਾਨ ਕੀਤਾ ਹੈ ਨਾ, ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਜਿਨ੍ਹਾਂ ਦੇ ਹਿਰਦੇ ਅੰਦਰ ਇੱਕ ਵਾਹਿਗੁਰੂ ਦਾ ਨਾਮ ਪ੍ਰਵੇਸ਼ ਹੋ ਗਿਆ, ਹਿਰਦੇ ਅੰਦਰ ਦ੍ਰਿੜ ਹੋ ਗਿਆ, ਪਰਮਾਤਮਾ ਦੀ ਯਾਦ ਨਹੀਂ ਕਦੇ ਵੀ ਵਾਹਿਗੁਰੂ ਦੀ ਵਿਸਰਦੇ, ਉਹਨਾਂ ਦੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਤਨੇ ਵੀ ਪੈਣ ਵਾਲੇ ਕਲ ਕਲੇਸ਼ ਹੈ ਨਾ, ਪਰਮਾਤਮਾ ਨੇ ਮਿਟਾ ਦਿੱਤੇ ਹੈ। ਐਸਾ ਉਹ ਪਰਮੇਸ਼ਰ ਦਾ ਨਾਮ ਹੈ। ਹਜੂਰ ਕਹਿੰਦੇ ਹੈ, हे ਪਰਮਾਤਮਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਧਿਆਇਆ ਹੈ, ਸੇ ਜਾਣਾ ਜੁਗ ਮਹਿ ਸੁਖ ਵਾਸੀ। ਇਕੱਲਾ ਐਸ ਯੁੱਗ ਵਿੱਚ ਨਹੀਂ, ਯੁਗਾਂ ਯੁਗਾਂ ਵਿੱਚ ਉਹਨਾਂ ਨੇ ਸੁਖਾਲਾ ਜੀਵਨ ਨਿਰਵਾਹ ਕੀਤਾ ਹੈ।
ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ ਉਹਨਾਂ ਨੂੰ ਕੀ ਦਾਤ ਪ੍ਰਾਪਤ ਹੋਈ ਹੈ। ਹਜੂਰ ਕਹਿੰਦੇ ਉਹ ਪਿਛਲੇ ਲੰਘੇ ਹੋਏ ਸਮੇਂ ਵਿੱਚ ਵੀ ਉਹ ਗੁਰਮੁਖ ਪਿਆਰੇ ਮੁਕਤ ਹੋ ਗਏ ਸਨ। ਜੋ ਹੁਣ ਧਿਆ ਰਹੇ ਆ ਉਹ ਵੀ ਮੁਕਤ ਹੋ ਜਾਵਣਗੇ। ਆਉਣ ਵਾਲੇ ਸਮੇਂ ਵਿੱਚ ਧਿਆਉਣ ਵਾਲਿਆਂ ਨੇ ਵੀ ਮੁਕਤ ਹੋ ਜਾਣਾ ਹੈ ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਹੈ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਜਿਨ੍ਹਾਂ ਨੇ ਧਿਆਉਣੇ ਯੋਗ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਿਆ, ਭਾਵਨਾ ਦੇ ਨਾਲ ਵਾਹਿਗੁਰੂ ਨੂੰ ਧਿਆਵਣਾ ਕੀਤਾ, ਉਹ ਗੁਰਮੁਖ ਪਿਆਰੇ ਸੰਸਾਰ ਦੇ ਅੰਦਰ ਪ੍ਰਤੱਖ ਵੀ ਬੰਧਨਾਂ ਤੋਂ ਉਹਨਾਂ ਨੇ ਮੁਕਤ ਹੋ ਜਾਣਾ ਕੀਤਾ। ਫਿਰ ਮਾਤਾ ਦੇ ਗਰਭ ਰੂਪੀ ਉਹ ਜਿਹੜਾ ਬੰਧਨ ਹੈ ਉਹਦੇ ਤੋਂ ਵੀ ਗੁਰਮੁਖਾਂ ਨੇ ਛੁੱਟ ਜਾਣਾ ਕੀਤਾ, ਬੰਦ ਖਲਾਸ ਹੋ ਜਾਣਾ ਕੀਤਾ। ਜਮਾਂ ਦੀ ਫਾਹੀ ਗਲ ਵਿੱਚ ਪੈਣੇ ਤੋਂ ਵੀ ਉਹਨਾਂ ਨੇ ਬੰਦ ਖਲਾਸ ਮੁਕਤ ਹੋ ਜਾਵਣਾ ਕੀਤਾ ਹੈ। ਤਿਨ ਟੂਟੀ ਜਮ ਕੀ ਫਾਸੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਗਈ ਹੈ। ਉਹ ਗੁਰਮੁਖ ਪਿਆਰਿਆਂ ਨੇ ਫਿਰ ਜਮਾਂ ਦੇ ਵਸ ਵਿੱਚ ਨਹੀਂ ਪੈਣਾ ਕੀਤਾ ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਹੈ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ। ਸਤਿਗੁਰੂ ਜੀ ਫਰਮਾਨ ਕਰ ਰਹੇ ਜਿਨ੍ਹਾਂ ਨੇ ਨਿਰਭਉ ਭਉ ਤੋਂ ਰਹਿਤ ਪਰਮਾਤਮਾ ਦੇ ਸਰੂਪ ਨੂੰ ਧਿਆਇਆ ਹੈ। ਜਿਨ ਹਰ ਨਿਰਭਉ ਧਿਆਇਆ ਜੀ। ਜੋ ਹਰੀ ਹਰ ਇੱਕ ਜੀਵ ਦੇ ਅੰਦਰ ਨਿਰਭਉ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਵਰਤ ਰਿਹਾ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਧਿਆਵਨਾ ਕੀਤਾ। ਇਸੇ ਪ੍ਰਕਾਰ ਹਜੂਰ ਕਹਿੰਦੇ ਜਿਨ੍ਹਾਂ ਨੇ ਭੈ ਤੋਂ ਰਹਿਤ ਹੋਣ ਦੇ ਵਾਸਤੇ ਨਿਰਭਉ ਪਰਮਾਤਮਾ ਦੇ ਵਾਹਿਗੁਰੂ ਦੇ ਸਰੂਪ ਨੂੰ ਧਿਆਵਣਾ ਕੀਤਾ ਸੀ, ਹੁਣ ਵੀ ਧਿਆ ਰਹੇ ਆ, ਆਉਣ ਵਾਲੇ ਸਮੇਂ ਵਿੱਚ ਵੀ ਜੋ ਧਿਆਉਣਗੇ। ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਗੁਰਮੁਖਾਂ ਦਾ ਸਾਰਾ ਪ੍ਰਕਾਰ ਹਰ ਪ੍ਰਕਾਰ ਦਾ ਭੈ ਪਰਮੇਸ਼ਰ ਨੇ ਦੂਰ ਕੀਤਾ ਸੀ, ਹੁਣ ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕਰ ਦੇਵੇਗਾ। 7 ਪ੍ਰਕਾਰ ਦਾ ਭੈ ਮੰਨਿਆ ਹੈ। ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ। ਅੰਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਤੇ 8ਵਾਂ ਹੈ ਮੌਤ ਦਾ ਭੈ। ਸਾਰਾ ਜਗਤ ਹਰ ਸਮੇਂ ਲੋਚਦਾ ਕਿ ਮੌਤ ਨਾ ਹੋਵੇ, ਲੰਮੇਰਾ ਸਮਾਂ ਜ਼ਿੰਦਗੀ ਨਿਰਵਾਹ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਪ੍ਰਕਾਰ ਦਾ ਭੈ ਉਹਨਾਂ ਗੁਰਮੁਖਾਂ ਦਾ ਵਾਹਿਗੁਰੂ ਨੇ ਦੂਰ ਕਰ ਦਿੱਤਾ ਜਿਨ੍ਹਾਂ ਨੇ ਨਿਰਭਉ ਪਰਮਾਤਮਾ ਦੇ ਸਰੂਪ ਨੂੰ ਧਿਆਇਆ ਹੈ। ਨਹੀਂ ਤਾਂ ਹਰ ਇੱਕ ਸ਼ਕਤੀ ਭੈ ਦੇ ਵਿੱਚ ਹੈ। ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ, ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਬਣਿਆ। ਹਜੂਰ ਫਰਮਾਨ ਕਰ ਰਹੇ ਪਰਮੇਸ਼ਰ ਨੇ ਸਾਰੇ ਭੈ ਉਹਨਾਂ ਦੇ ਖਤਮ ਕਰ ਦਿੱਤੇ, ਮਿਟਾ ਦਿੱਤੇ ਹੈ ਜਿਨ੍ਹਾਂ ਨੇ ਭਾਵਨਾ ਨਾਲ ਨਿਰਭਉ ਸਰੂਪ ਨੂੰ ਧਿਆਇਆ ਹੈ। ਜਿਨ ਸੇਵਿਆ ਮੇਰਾ ਹਰਿ ਜੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ ਜਿਨ੍ਹਾਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਭਾਵਨਾ ਦੇ ਨਾਲ ਮੇਰੇ ਵਾਹਿਗੁਰੂ ਨੂੰ ਸਿਮਰਨਾ ਕੀਤਾ ਹੈ। ਸੇਵਿਆ ਭਾਵ ਯਾਦ ਕਰਨਾ ਕੀਤਾ। ਵਾਹਿਗੁਰੂ ਦੀ ਯਾਦ ਰੂਪ ਸੇਵਾ ਜਿਨ੍ਹਾਂ ਨੇ ਭਾਵਨਾ ਦੇ ਨਾਲ ਕੀਤੀ ਹੈ, ਜੋ ਭਾਵਨਾ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਦੀ ਸੇਵਾ ਕਰਦੇ ਹਨ, ਤੇ ਹਰ ਹਰ ਰੂਪ ਸਮਾਸੀ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਸਮਾ ਗਏ ਹੈ ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੇਵਨਾ ਕੀਤਾ ਹੈ, ਅਥਵਾ ਜਿਨ੍ਹਾਂ ਨੇ ਗੁਰੂ ਕਾ ਬਚਨ ਮੰਨਣ ਰੂਪ ਸੇਵਾ ਕੀਤੀ ਹੈ ਨਾ, ਭਾਵਨਾ ਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੈ ਤੇ ਹਰ ਹਰ ਰੂਪ ਸਮਾਸੀ। ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਸਰੂਪ ਦੇ ਵਿੱਚ ਹੀ ਸਮਾ ਗਏ ਹਨ। ਸੇ ਧਨ ਜਿਨ ਹਰਿ ਧਿਆਇਆ ਜੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਧਨਤਾ ਦੇ ਯੋਗ ਸਨ, ਹੁਣ ਵੀ ਧਨਤਾ ਦੇ ਯੋਗ ਹਨ ਜਿਨ੍ਹਾਂ ਨੇ ਭਾਵਨਾ ਦੇ ਨਾਲ ਧਿਆਇਆ ਸੀ ਔਰ ਹੁਣ ਵੀ ਧਿਆ ਰਹੇ ਹੈ। ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ ਉਹ ਵੀ ਧਨਤਾ ਦੇ ਯੋਗ ਹੈ। ਜੋ ਬਾਣੀ ਕਰਕੇ ਪਰਮੇਸ਼ਰ ਨੂੰ ਧਿਆਉਂਦੇ ਉਹ ਵੀ ਧਨਤਾ ਦੇ ਯੋਗ ਜਾਣਨਾ ਕਰੋ ਜੀ। ਜਨ ਨਾਨਕ ਤਿੰਨ ਬਲ ਜਾਸੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ ਉਹਨਾਂ ਤੋਂ ਅਸੀਂ ਬਲਹਾਰ ਜਾਂਦੇ ਸਾਂ ਜੋ ਭਾਵਨਾ ਦੇ ਨਾਲ ਧਿਆਉਂਦੇ ਸੀ, ਹੁਣ ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਜੋ ਭਾਵਨਾ ਦੇ ਨਾਲ ਧਿਆ ਰਹੇ ਹੈ।
ਆਉਣ ਵਾਲੇ ਸਮੇਂ ਵਿੱਚ ਵੀ ਸਦਾ ਸਦਾ ਲਈ ਬਲਿਹਾਰ ਜਾਂਦੇ ਰਹਾਂਗੇ, ਜੋ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨੂੰ ਧਿਆਵਣਗੇ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮਾਤਮਾ ਨੂੰ ਧਿਆਵਣਾ ਕੀਤਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ ਨਾ, ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਇੱਕ ਮਨ ਚਿਤ ਹੋ ਕੇ ਜੋ ਪਰਮਾਤਮਾ ਦਾ ਜਾਪ ਜਪਦੇ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਤੇਰੀ ਭਗਤ ਭੰਡਾਰ ਜੀ। ਇਹ ਅਕਾਲ ਪੁਰਖ ਪਰਮਾਤਮਾ ਜੀ ਆਪ ਜੀ ਦੀ ਭਗਤੀ ਦੇ ਭੰਡਾਰੇ ਭਰੇ ਹਨ। हे ਪਰਮਾਤਮਾ, ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਭਰੇ ਹਨ। ਭਰੇ ਬੇਅੰਤ ਬੇਅੰਤਾ। ਇਹ ਮਹਾਰਾਜ ਇਤਨੇ ਜ਼ਿਆਦਾ ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਹੈ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਰੇ ਬੇਅੰਤ ਬੇਅੰਤਾ, ਕਿਵੇਂ ਕੋਈ ਅੰਤ ਪਾ ਲਵੇਗਾ? ਬੇਅੰਤ ਮਹਾਰਾਜ ਆਪ ਜੀ ਦੇ ਭਗਤੀ ਦੇ ਭੰਡਾਰੇ ਭਰੇ ਹੈ। ਅਥਵਾ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ, ਮਹਾਰਾਜ ਉਹਨਾਂ ਦੇ ਹਿਰਦੇ ਅੰਦਰ ਆਪ ਜੀ ਨੇ ਭਗਤੀ ਦੇ ਭੰਡਾਰੇ ਭਰ ਦਿੱਤੇ ਹੈ। ਐਸੇ ਮਹਾਰਾਜ ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਹਨ। ਤੇਰੇ ਭਗਤ ਸਲਾਹਣ ਤੁਧ ਜੀ। ਇਹ ਪਰਮਾਤਮਾ ਆਪ ਜੀ ਦੇ ਪਿਆਰੇ ਜੋ ਭਗਤ ਜਾਣੇ ਆ ਨਾ, ਪਿਆਰ ਦੇ ਵਿੱਚ ਭੇਜ ਕੇ ਜੋ ਪ੍ਰੇਮਾ ਭਗਤੀ ਕਰਨ ਵਾਲੇ ਹੈ, ਮਹਾਰਾਜ ਆਪ ਜੀ ਨੂੰ ਪਹਿਲਾਂ ਵੀ ਸਲਾਹੁੰਦੇ ਸਨ, ਹੁਣ ਵੀ ਸਲਾਹ ਰਹੇ ਹੈ। ਤੇਰੇ ਭਗਤ ਸਲਾਹਨ ਤੁਧ ਜੀ। ਤੁਧ ਜੀ, ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਪਰਮੇਸ਼ਰ ਨਹੀਂ ਉਹ ਧਿਆਵਣਾ ਕਰਦੇ। ਮਹਾਰਾਜ हे ਪਰਮੇਸ਼ਰ ਜੀ, ਆਪ ਜੀ ਨੂੰ ਹਰ ਸਮੇਂ ਸਲਾਹਣਾ ਕਰਦੇ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਆਪ ਜੀ ਦੀ ਹੀ ਸਲਾਹਣਾ ਕਰ ਰਹੇ ਹੈ। ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ। ਫਿਰ ਭਗਤ ਵੀ ਇੱਕ ਪ੍ਰਕਾਰ ਦੇ ਨਹੀਂ ਹੈ, ਅਨੇਕਾਂ ਹੀ ਪਰਮੇਸ਼ਰ ਆਪ ਜੀ ਦੇ ਪੈਦਾ ਕੀਤੇ ਹੋਏ ਭਗਤ ਹੈ। ਅਨੇਕਾਂ ਪ੍ਰਕਾਰ ਦੀ ਮਹਾਰਾਜ ਆਪ ਜੀ ਦੀ ਭਗਤੀ ਹੈ। ਅਨੇਕਾਂ ਪ੍ਰਕਾਰ ਦੇ ਭਗਤੀ ਕਰਨ ਦੇ ਢੰਗ ਹੈ। ਅਨੇਕਾਂ ਪ੍ਰਕਾਰ ਦੇ ਭਗਤੀ ਕਰਨ ਦੇ ਮਹਾਰਾਜ ਗ੍ਰੰਥ ਹਨ। ਇਸ ਪ੍ਰਕਾਰ ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਜੋ ਭਗਤ ਜਾਣੇ ਆ, ਪਿਆਰ ਦੇ ਵਿੱਚ ਭਿੱਜ ਕੇ ਮਹਾਰਾਜ ਆਪ ਜੀ ਦੀ ਭਗਤੀ ਕਰ ਰਹੇ ਹੈ। ਜਿਵੇਂ ਸਾਧ ਸੰਗਤ ਜੀ 4 ਪ੍ਰਕਾਰ ਦੇ ਭਗਤ ਮੰਨੇ ਗਏ ਹੈ। ਪਿਛੇ ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਅਸਾਂ ਨੇ ਵਿਚਾਰ ਕੀਤੀ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ, ਉਹ 4 ਨਹੀਂ, ਅਨੇਕਾਂ ਹੀ ਪਰਮੇਸ਼ਰ ਆਪ ਦੇ ਪੈਦਾ ਕੀਤੇ ਹੋਏ ਭਗਤ ਹੈ। ਅਨੇਕਾਂ ਢੰਗਾਂ ਦੇ ਨਾਲ ਮਹਾਰਾਜ ਆਪ ਜੀ ਦੇ ਕਰਨ ਵਾਲੇ ਭਗਤੀ ਹਨ, ਕਰਨ ਵਾਲੇ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ। ਫਿਰ ਅਨੇਕਾਂ ਪ੍ਰਕਾਰ ਦੀ ਮਹਾਰਾਜ ਆਪ ਜੀ ਦੀ ਪੂਜਾ ਕਰਨ ਵਾਲੇ ਜੀਵ ਹੈ। ਤੇਰੀ ਅਨਕ ਕਰਹਿ ਹਰ ਪੂਜਾ ਜੀ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਖੋੜ ਸਾਹਿਬ ਪੂਜਾ 16 ਪ੍ਰਕਾਰ ਦੀ ਪੂਜਾ ਮੰਨੀ ਜਾਂਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ 16 ਪ੍ਰਕਾਰ ਨਹੀਂ, ਅਨੇਕਾਂ ਪ੍ਰਕਾਰ ਦੀ ਆਪ ਜੀ ਦੀ ਮਹਾਰਾਜ ਪੂਜਾ ਕੀਤੀ ਜਾਂਦੀ ਹੈ। ਅਨੇਕਾਂ ਤਰ੍ਹਾਂ ਕਰਕੇ, ਕੋਈ ਤਨ ਕਰਕੇ ਪੂਜਾ ਕਰਦਾ ਹੈ, ਕੋਈ ਮਾਨਸਿਕ ਪੂਜਾ ਕਰਦਾ ਹੈ। ਜਿਵੇਂ ਭਗਤ ਰਾਮਾਨੰਦ ਜੀ ਮਾਨਸਿਕ ਪੂਜਾ ਕਰਿਆ ਕਰਦੇ ਸਨ। ਜਿਵੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜਦੋਂ ਭਗਤ ਕਬੀਰ ਸਾਹਿਬ ਜੀ ਦੀ ਸ਼ਿਕਾਇਤ ਕੀਤੀ ਨਾ ਰਾਮਾਨੰਦ ਜੀ ਕੋਲ, ਕਹਿੰਦੇ ਮਹਾਰਾਜ ਆਪ ਨੇ ਸ਼ੂਦਰ ਨੂੰ ਉਪਦੇਸ਼ ਦਿੱਤਾ ਹੈ, ਨਾਮ ਦੀ ਦਾਤ ਦਿੱਤੀ, ਉਹਦਾ ਪ੍ਰਤਾਪ ਹੀ ਬੜਾ ਹੈ ਭਗਤ ਕਬੀਰ ਜੀ ਦਾ। ਕਹਿੰਦੇ ਅਸੀਂ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ, ਨੀਵੀਂ ਜਾਤ ਵਾਲੇ ਨੂੰ ਸਾਡੇ ਕੋਲ ਲੈ ਕੇ ਆਵੋ, ਤੁਹਾਡੇ ਸਾਹਮਣੇ ਪੁੱਛਦੇ ਆ। ਜਦੋਂ ਲੈ ਕੇ ਆਏ ਤੇ ਸ਼ੂਦਰ ਜਾਣ ਕੇ ਕਨਾਰ ਤਾਣ ਕੇ ਓਹਲੇ ਹੋ ਕੇ ਬੈਠ ਗਏ ਰਾਮਾਨੰਦ ਜੀ। ਭਗਤ ਕਬੀਰ ਸਾਹਿਬ ਜੀ ਦੇ ਹਿਰਦੇ ਅੰਦਰ ਕਰੋੜਾਂ ਹੀ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਣਾ ਕੀਤਾ ਸੀਗਾ। ਕੋਟ ਸੂਰ ਨਾਨਕ ਪ੍ਰਗਾਸ, ਪਰਮੇਸ਼ਰ ਦਾ ਸਿਮਰਨ ਕਰ ਕਰਕੇ ਐਸੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਅੰਤਰਜਾਮਤਾ ਪ੍ਰਾਪਤ ਹੋ ਗਈ। ਤੇ ਰਾਮਾਨੰਦ ਜੀ ਉਸ ਸਮੇਂ ਮਾਨਸਿਕ ਪੂਜਾ ਕਰਦੇ ਪਏ ਸਨ। ਵਿਸ਼ਨੂੰ ਭਗਵਾਨ ਦੇ ਗਲ ਦੇ ਵਿੱਚ ਕਹਿੰਦੇ ਉਹ ਕੰਠੀ ਪਾਉਣ ਵਾਲੀ ਸੀਗੀ, ਤੇ ਸਾਧ ਸੰਗਤ ਮੁਕਟ ਪਹਿਲਾਂ ਦੇ ਦਿੱਤਾ ਤੇ ਵਿਚਾਰ ਕਰੀ ਜਾਂਦੇ ਨੇ ਰਾਮਾਨੰਦ ਜੀ। ਫਿਰ ਮਨ ਵਿੱਚ ਬਾਰ-ਬਾਰ ਸੋਚੀ ਜਾਂਦੇ, ਜੇ ਮੁਕਟ ਲਾਉਂਦੇ ਆ ਤੇ ਭਗਵਾਨ ਦਾ ਨਿਰਾਦਰ ਹੁੰਦਾ, ਤੇ ਫਿਰ ਹੁਣ ਕਿਸ ਢੰਗ ਦੇ ਨਾਲ ਇਹ ਕੰਠੀ ਜਿਹੜੀ ਮਾਲਾ ਹੈ ਕਿਸ ਢੰਗ ਦੇ ਨਾਲ ਗਲ ਵਿੱਚ ਪਾਈਏ।
ਭਗਤ ਕਬੀਰ ਸਾਹਿਬ ਜੀ ਮੁਸਕਰਾ ਕੇ ਅੰਤਰਜਾਮਤਾ ਨਾਲ ਬਚਨ ਕਰ ਦਿੱਤਾ। ਕਹਿੰਦੇ ਰਾਮਾਨੰਦ ਜੀ, ਹੇ ਗੁਰੂਦੇਵ, ਸੋਚਾਂ ਦੀ ਨਦੀ ਵਿੱਚ ਕਿਉਂ ਡੁੱਬੇ ਪਏ ਹੋ? ਇਹ ਕੁੰਡੀ ਡੋਡਾ ਖੋਲ ਕੇ ਦੇ ਗਲ ਵਿੱਚ ਮਾਲਾ ਪਾ ਦੇਵੋ ਭਗਵਾਨ ਦੇ। ਸਾਧ ਸੰਗਤ ਜੀ, ਜਦੋਂ ਇਉਂ ਬਚਨ ਸੁਣੇ ਤੇ ਕਨਾਤ ਲਾ ਕੇ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ ਸੀ ਭਗਤ ਕਬੀਰ ਸਾਹਿਬ ਜੀ ਨੂੰ। ਕਹਿੰਦੇ ਇੰਨਾ ਪ੍ਰਕਾਸ਼, ਇੰਨਾ ਗਿਆਨ ਕਿਵੇਂ ਪ੍ਰਾਪਤ ਹੋਇਆ ਹੈ? ਕਹਿਣ ਲੱਗੇ ਜੀ, ਪਰਮੇਸ਼ਰ ਦਾ ਨਾਮ ਜਪ ਕੇ। ਇਹ ਕਿੱਥੋਂ ਨਾਮ ਦੀ ਦਾਤ ਲਈ ਸੀ? ਮਹਾਰਾਜ ਤੁਸੀਂ ਆਪ ਹੀ ਦਿੱਤੀ ਸੀ। ਕਦੋਂ? ਕਹਿੰਦੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆ ਰਹੇ ਸੀਗੇ, ਤੁਹਾਡੇ ਚਰਨਾਂ ਦਾ ਠੇਡਾ ਲੱਗਾ ਸੀਗਾ ਮੈਨੂੰ। ਮੈਂ ਧਰਤੀ ਤੇ ਲੇਟਿਆ ਸਾਂ, ਤੁਸਾਂ ਬਚਨ ਕੀਤਾ ਸੀ, ਰਾਮ ਕੇ ਰਾਮ ਕਹੋ। ਇਸੇ ਨੂੰ ਨਾਮ ਦੀ ਦਾਤ, ਇਸੇ ਨੂੰ ਉਪਦੇਸ਼ ਲੈ ਕੇ ਜੀਵਨ ਦੇ ਵਿੱਚ ਕਮਾਇਆ ਤੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਸਾਧ ਸੰਗਤ ਜੀ, ਇਥੋਂ ਸਿੱਧ ਹੁੰਦਾ ਹੈ ਕਿ ਜੇ ਭਾਵਨਾ ਦੇ ਨਾਲ ਸ਼ਬਦ ਦਾ ਕੋਈ ਅਭਿਆਸ ਕਰੇ, ਸਤਿਗੁਰੂ ਦੀ ਜ਼ਰੂਰ ਬਖਸ਼ਿਸ਼ ਕਰਦੇ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਤੇਰੀ ਅਨਕ ਕਰਹਿ ਹਰ ਪੂਜਾ ਜੀ। हे ਪ੍ਰਮਾਤਮਾ, ਅਨੇਕਾਂ ਪ੍ਰਕਾਰ ਦੀ ਆਪ ਜੀ ਦੀ ਪੂਜਾ ਹੈ, ਅਨੇਕਾਂ ਪ੍ਰਕਾਰ ਦੀ ਪੂਜਾ ਕਰਨ ਦੇ ਢੰਗ ਹੈ, ਅਨੇਕਾਂ ਪ੍ਰਕਾਰ ਦੇ ਗ੍ਰੰਥ ਹਨ ਜਿਨ੍ਹਾਂ ਵਿੱਚ ਪੂਜਾ ਕਰਨ ਦੇ ਬਾਬਤ ਦੱਸਿਆ ਜਾਂਦਾ ਹੈ। ਤਪ ਤਪ ਹੈ ਜਪਹਿ ਬੇਅੰਤਾ। ਅਨੇਕਾਂ ਹੀ ਮਹਾਰਾਜ ਤਪ ਹੈ। ਤਪ ਅਨੇਕਾਂ ਪ੍ਰਕਾਰ ਦਾ ਤਪ ਕਰਦੇ, ਕੋਈ ਰਾਜਸੀ, ਕੋਈ ਤਾਮਸੀ, ਕੋਈ ਸਾਧਕੀ ਤਪ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਪ ਹੈ, ਕੋਈ ਸਰੀਰ ਨੂੰ ਤਪਾਉਂਦੇ ਰਹਿੰਦੇ ਆ ਧੂਣੀਆਂ ਤਾਕ ਕਰਕੇ, ਫਿਰ ਸੂਰਜ ਦੇ ਇੱਕ ਧੂਣੀ ਲੈ ਕਰਕੇ ਗਰਮੀ ਦੀ, ਜੇਠ ਦੀ ਬਹੁਤ ਜ਼ਿਆਦਾ ਤਪਤ ਜਦੋਂ ਪੈਂਦੀ ਉਦੋਂ ਬੈਠ ਜਾਂਦੇ ਆ ਕਿ ਸੂਰਜ ਦੀ ਵੀ ਧੂਣੀ ਸੇਕ ਦਿੰਦੀ ਹੈ। ਇਉਂ ਤਪ ਹੈ ਜਪ ਹੈ ਬੇਅੰਤਾ। ਜਪ ਹੈ ਜਾਪ ਕਰਨ ਵਾਲੇ ਵੀ ਬੇਅੰਤ ਆਪ ਜੀ ਦੇ ਪੈਦਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਅਨੇਕਾਂ ਪ੍ਰਕਾਰ ਦੀ ਪੂਜਾ ਹੈ, ਅਨੇਕਾਂ ਪ੍ਰਕਾਰ ਦੀ ਪੂਜਾ ਕਰਨ ਦੇ ਢੰਗ ਹੈ, ਅਨੇਕਾਂ ਹੀ ਉਹ ਪੂਜਾ ਕਰਨ ਵਾਲੇ ਜੀਵ ਹੈ। ਫਿਰ ਅਨੇਕਾਂ ਪ੍ਰਕਾਰ ਦੇ ਤਪ ਹਨ, ਤਪਸਵੀ ਵੀ ਹੈ, ਸਰੀਰ ਨੂੰ ਤਪਾਉਣ ਵਾਲੇ ਵੀ ਹੈ। ਮਹਾਰਾਜ ਬੇਅੰਤ ਆਪ ਜੀ ਦੇ ਪੈਦਾ ਕੀਤੇ ਹਨ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। हे ਪਰਮਾਤਮਾ ਜੀ, ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਹੈ, ਜਿਹੜੇ ਸਿਮਰਤੀਆਂ ਬਣਾਉਣ ਵਾਲੇ ਹੈ, ਸੁਰਤੀਆਂ ਨੂੰ ਉਚਾਰਨ ਕਰਨ ਵਾਲੇ ਲਿਖੀ ਹੈ। हे ਪਰਮਾਤਮਾ, ਅਨੇਕਾਂ ਹੀ ਉਹਨਾਂ ਸਿਮਰਤੀਆਂ ਨੂੰ, ਸੁਰਤੀਆਂ ਨੂੰ, ਇਹ ਜਿਤਨੇ ਵੀ ਗ੍ਰੰਥ ਹੈ ਇਹਨਾਂ ਨੂੰ ਪੜ੍ਹਨ ਵਾਲੇ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ। ਇਕੱਲੇ 6 ਸ਼ਾਸਤਰ ਨਹੀਂ ਹੈ, ਅਨੇਕਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਪੜ੍ਹਨ ਵਾਲੇ ਹੈ। ਅਨੇਕਾਂ ਹੀ ਸ਼ਾਸਤਰ ਹਨ, ਅਨੇਕਾਂ ਹੀ ਇਹਨਾਂ ਦਾ ਅਧਿਐਨ ਕਰਨ ਵਾਲੇ ਹੈ। ਮਹਾਰਾਜ ਬੇਅੰਤ ਆਪ ਜੀ ਦੇ ਪੈਦਾ ਕੀਤੇ ਹੋਏ ਐਸੇ ਜੀਵ ਹੈ। ਕੋਈ ਪਤੰਜਲੀ, ਕੋਈ ਮੀਮਾਂਸਾ ਪੜ੍ਹਦਾ ਹੈ, ਕੋਈ ਸਾਖ ਪੜ੍ਹਦਾ ਹੈ। हे ਮਹਾਰਾਜ, ਕਿੰਨੇ ਕਿੰਨੇ ਪ੍ਰਕਾਰ ਦੇ ਆਪ ਦੇ ਪੈਦਾ ਕੀਤੇ ਹੋਏ ਵੇਦ ਹੈ, ਚਾਹੇ ਸਿਮਰਤੀਆਂ ਨੇ, ਇਹਨਾਂ ਨੂੰ ਅਨੇਕਾਂ ਹੀ ਪੜ੍ਹਨ ਵਾਲੇ ਵੀ ਆਪ ਜੀ ਦੇ ਹੀ ਪੈਦਾ ਕੀਤੇ ਹਨ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਕੋਈ ਐਸੇ ਅਨੇਕਾਂ ਆਪ ਜੀ ਦੇ ਪੈਦਾ ਕੀਤੇ ਜੀਵ ਹੈ ਜਿਹੜੇ ਕਿਰਿਆ ਨੇਤੀ ਖਟ ਕਰਮ ਕਰੰਤਾ, ਤੇ ਕੋਈ 6 ਖਟ ਕਰਮ ਕਰਨ ਵਾਲੇ ਹੈ। ਖਟ ਦਾ ਅਰਥ ਹੈ 6, ਜਿਵੇਂ ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ। ਇਹ 6 ਪ੍ਰਮੁੱਖ ਹਿੰਦੂ ਮਤ ਦੇ ਵਿੱਚ ਇਹ ਕਰਮ ਮੰਨੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆ, ਹੈ ਪਰਮਾਤਮਾ, ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੈ। ਕਰ ਕਿਰਿਆ ਖਟ ਕਰਮ ਕਰੰਤਾ, ਕੋਈ ਨੀਤੀ ਧੋਤੀ ਦੀ ਕਿਰਿਆ ਕਰਦਾ, ਕੋਈ ਖਟ ਕਰਮਾਂ ਦੇ ਵਿੱਚ ਲੱਗਾ ਹੈ। ਸੇ ਭਗਤ ਭਲੇ ਜਨ ਨਾਨਕ ਜੀ। ਇਹ ਅਕਾਲ ਪੁਰਖ ਪਰਮਾਤਮਾ ਜੀ, ਆਪ ਜੀ ਦੇ ਪਿਆਰੇ, ਉਹ ਪਿੱਛੇ ਵੀ ਭਲੇ ਭਗਤ ਸਨ। ਮਹਾਰਾਜ ਹੁਣ ਵੀ ਪਿਆਰ ਦੇ ਵਿੱਚ ਭੇਜ ਕਰਕੇ ਆਪ ਜੀ ਦੀ ਪ੍ਰੇਮਾ ਭਗਤੀ ਕਰਨ ਵਾਲੇ ਭਲੇ ਹੀ ਭਗਤ ਹਨ। ਜੋ ਭਾਵ ਹੈ ਮੇਰੇ ਹਰ ਭਗਵੰਤਾ। ਇਹ ਕਾਟ ਖਾਟ ਭਾਗਾ ਸੰਪੰਨ ਪਰਮਾਤਮਾ,
हे ਪਰਮੇਸ਼ਰ ਜੋ ਆਪ ਜੀ ਨੂੰ ਭਾ ਜਾਂਦੇ ਹੈ, ਮਹਾਰਾਜ ਜੋ ਭਲੇ ਹੈ, ਇਹ ਨਹੀਂ ਵਿਖਾਵੇ ਦੀ ਭਗਤੀ ਕਰਨ ਵਾਲੇ ਨਹੀਂ ਆਪ ਜੀ ਦੇ ਦਰ ਤੇ ਪਾਵੰਦੇ, ਜਿਨ੍ਹਾਂ ਨੇ ਹਿਰਦਿਓਂ ਪਿਆਰ ਦੇ ਵਿੱਚ ਭੇਜ ਕੇ ਆਪ ਜੀ ਦੀ ਪ੍ਰੇਮਾ ਭਗਤੀ ਕੀਤੀ ਹੈ। हे ਪ੍ਰਮਾਤਮਾ, ਉਹ ਆਪ ਜੀ ਦੀ ਦਰ ਤੇ ਪਾ ਗਏ ਹੈ। ਜੋ ਭਾਵਹਿ ਮੇਰੇ ਹਰ ਭਗਵੰਤਾ, ਭਾਵਹਿ ਜਿਨ੍ਹਾਂ ਨੇ ਭਾਵਨੀ ਦੇ ਨਾਲ ਆਪ ਜੀ ਨੂੰ ਧਿਆਵਨਾ ਕੀਤਾ। हे ਪਰਮੇਸ਼ਰ, ਭਲੇ ਭਗਤ ਜਾਣਨਾ ਕਰੋ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। हे परमात्मा, तू सारी सृष्टि का आद मूल स्वरूप है, पुरख पुरुषार्थ देने वाला है, शक्ति प्रदान करने वाला, इको ही पुरख स्वरूप है। तू आद पुरख अपरंपर करता जी, अपरंपर जिहदे उरार पार का कदे अंत नहीं पाया जा सकता, फिर सारी सृष्टि का करता है परमेश्वर आप जी हो। तुद जेबड़ आवर न कोई। हे परमात्मा, ਆਪ ਜਿੰਨਾ ਵੱਡਾ ਕੋਈ ਨਾ ਸੰਸਾਰ ਵਿੱਚ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। हे ਪਰਮਾਤਮਾ, ਜੁਗਾਂ ਜੁਗਾਂ ਵਿੱਚ ਆਪ ਜੀ ਦਾ ਸਰੂਪ ਇੱਕੋ ਹੀ ਵਰਤਦਾ ਸੀਗਾ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਇੱਕੋ ਹੀ ਹੋਵੇਗਾ। ਮਹਾਰਾਜ ਜੋ ਸਤਜੁਗ ਦੇ ਵਿੱਚ ਸੀਗਾ, ਉਹ ਤ੍ਰੇਤੇ ਵਿੱਚ ਮਹਾਰਾਜ, ਉਹ ਦੁਆਪੁਰ ਦੇ ਵਿੱਚ, ਹੁਣ ਕਲਯੁਗ ਦੇ ਵਿੱਚ ਵੀ ਉਹ ਆਪ ਜੀ ਦਾ ਸੱਚਾ ਸਰੂਪ ਹੈ। ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਦਾ ਇੱਕੋ ਤੇ ਸਦੀਵੀ ਕਾਲ ਵਾਸਤੇ ਸੱਚਾ ਹੀ ਸਰੂਪ ਹੋਵੇਗਾ। ਤੂੰ ਨਿਹਚਲ ਕਰਤਾ ਸੋਈ। ਤੂੰ ਨਿਹਚਲ ਕਰਤਾ ਸੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਚਲ ਆਪ ਜੀ ਦਾ ਪਰਮਾਤਮਾ ਜੀ ਸਰੂਪ ਹੈ, ਫਿਰ ਕਰਤਾ ਹੈ, ਸੋਈ ਉਹੋ ਹੀ ਪਰਮਾਤਮਾ ਸਰੂਪ ਹੈ ਜੋ ਸਦੀਵੀ ਕਾਲ ਵਾਸਤੇ ਜੁਗੋ ਜੁਗ ਅਟੱਲ ਰਹਿਣ ਵਾਲਾ ਹੈ। ਜੁਗ ਜੁਗ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ, ਜਿਨ੍ਹਾਂ ਨੇ ਚਾਰ ਸਾਧਨਾਂ ਨੂੰ ਜੀਵਨ ਦੇ ਵਿੱਚ ਕਮਾ ਲਿਆ ਹੈ, ਜਿਨ੍ਹਾਂ ਨੇ ਖੜ ਸਮਤੇ ਮੋਖ ਇੱਛਾ ਵਿਵੇਕ ਵੈਰਾਗ ਜੁਗ ਜੁਗ, ਜੁਗ ਨਾਮ ਹੈ ਦੋ ਦਾ, ਤੇ ਦੋ ਵਾਰੀ ਜੁਗ ਜੁਗ ਉਚਾਰਨ ਕੀਤਾ, ਚਾਰ ਗਿਣਤੀ ਬਣ ਜਾਂਦੀ ਹੈ। ਚਾਰ ਸਾਧਨਾਂ ਨੂੰ ਜਿਨ੍ਹਾਂ ਨੇ ਜੀਵਨ ਵਿੱਚ ਕਮਾ ਲਿਆ, ਉਹਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪਰਮਾਤਮਾ ਆਪ ਜੀ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। हे ਪਰਮਾਤਮਾ, ਐਸਾ ਆਪ ਜੀ ਦਾ ਸਰੂਪ ਹੈ ਜੋ ਨਿਹਚਲ ਹੈ, ਕਰਤਾ ਹੈ, ਮਹਾਰਾਜ ਕਦੇ ਵੀ ਚਲਾਇਮਾਨ ਹੋਣ ਵਾਲਾ ਨਹੀਂ, ਅਚਲ ਆਪ ਜੀ ਦਾ ਸਰੂਪ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ। हे ਪਰਮਾਤਮਾ ਜੀ, ਜੋ ਆਪ ਜੀ ਨੂੰ ਭਾਉਂਦਾ ਸੀ ਉਹ ਕੁਝ ਵਰਤਾਰਾ ਵਰਤਦਾ ਸੀ, ਜੋ ਹੁਣ ਪਾ ਰਿਹਾ ਹੈ ਉਹ ਕੁਝ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਜੋ ਭਾਵੇਗਾ ਉਹ ਕੁਝ ਮਹਾਰਾਜ ਸੰਸਾਰ ਭਰ ਦੇ ਵਿੱਚ ਵਰਤਾਰਾ ਵਰਤੇਗਾ। ਤੂੰ ਆਪੇ ਕਰਹਿ ਸੋ ਹੋਈ। हे ਪਰਮਾਤਮਾ ਜੀ, ਤੁਸੀਂ ਆਪ ਜੋ ਕਰਦੇ ਸੀ ਹੁੰਦਾ ਸੀ, ਜੋ ਕਰ ਰਹੇ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਜੋ ਕਰੋਗੇ ਉਹ ਕੁਝ ਹੀ ਹੋਵੇਗਾ। ਜੀਵਾਂ ਦੇ ਆਪਣਾ ਬਲ ਕੁਝ ਵੀ ਨਹੀਂ ਹੈ, ਨਾ ਪਿੱਛੇ ਬਲ ਕਿਸੇ ਦਾ ਸੀ, ਨਾ ਹੈ, ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। हे ਪਰਮਾਤਮਾ, ਆਪ ਨੇ ਆਪਣੇ ਸਰੂਪ ਤੋਂ ਅਨੇਕਾਂ ਹੀ ਜੀਵਾਂ ਨੂੰ ਪੈਦਾ ਕੀਤਾ ਹੈ। ਜਿਤਨੀ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ ਮਹਾਰਾਜ ਆਪ ਨੇ ਹੀ ਆਪਣੇ ਸਰੂਪ ਤੋਂ ਪੈਦਾ ਕੀਤਾ ਹੈ। ਤੁਧ ਆਪੇ ਸਿਰਜ ਸਭ ਗੋਈ। हे ਪਰਮਾਤਮਾ, ਆਪ ਹੀ ਸਿਰਜ ਜੀਵਾਂ ਦੀ ਪਰਵਰਿਸ਼ ਕਰ ਰਹੇ ਹੋ, ਔਰ ਆਪ ਜਦੋਂ ਚਾਹੇ ਗੋਈ ਜੀਵਾਂ ਨੂੰ ਆਪਣੇ ਸਰੂਪ ਦੇ ਵਿੱਚ ਸਮਾ ਲੈਂਦੇ ਹੋ, ਗੋਈ ਬੁਲਾ ਲੈਂਦੇ ਹੋ, ਗੋਈ ਜਦੋਂ ਚਾਹੇ ਜੀਵਾਂ ਦੀ ਲੈਤਾ ਕਰ ਦਿੰਦੇ ਹੋ। ਇਸ ਪ੍ਰਕਾਰ ਤੁਧ ਆਪੇ ਸਿਰਜ ਸਭ ਗੋਈ, ਆਪ ਹੀ ਮਹਾਰਾਜ ਸਿਰਜਣਾ ਕੀਤੀ ਸ੍ਰਿਸ਼ਟੀ ਦੀ, ਤੇ ਆਪ ਹੀ ਮਹਾਰਾਜ ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮਾਵਣਾ ਕੀਤਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। हे ਪਰਮਾਤਮਾ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। हे ਕਰਨਹਾਰੇ ਪਰਮੇਸ਼ਰ ਜੀ, ਆਪ ਜੀ ਦੇ ਅਸੀਂ ਗੁਣ ਗਾ ਰਹੇ ਹਾਂ, ਅਥਵਾ ਸਿੱਖਾਂ ਪ੍ਰਤੀ ਉਪਦੇਸ਼ ਦਿੰਦੇ ਹੈ ਗੁਰਸਿੱਖੋ, ਭਾਵਨਾ ਦੇ ਨਾਲ ਗਾਉਣੇ ਯੋਗ ਪਰਮਾਤਮਾ ਦੇ ਗੁਣ ਗਾਵਣਾ ਕਰੋ।
ਜੋ ਸਭ ਸੈ ਕਾ ਜਾਨੋਈ। ਜੋ ਸਾਰੀ ਸ੍ਰਿਸ਼ਟੀ ਦਾ ਜਾਣੋਈ ਜਨਨ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜਗਤ ਰੂਪ ਬਾਲਕ ਨੂੰ ਜਨਮ ਦੇਣ ਵਾਲਾ ਹੈ, ਐਸਾ ਉਹ ਪਰਮੇਸ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਗਾਉਣੇ ਯੋਗ ਪਰਮਾਤਮਾ ਨੂੰ ਗਾਇਆ ਕਰੋ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣੇ ਨਾਲ ਜੀਵ ਦੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਹੈ। ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਗਾਏ ਜਾਣ ਤਿਵੇਂ ਤਿਵੇਂ ਜੀਵ ਦੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਹੰਕਾਰ ਜੋ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਹਉਮੈ ਦੀ ਮਲੀਨਤਾ ਦੂਰ ਨਹੀਂ ਹੁੰਦੀ, ਉਹ ਗਾਉਣੇ ਯੋਗ ਪਰਮਾਤਮਾ ਦੇ ਗੁਣ ਗਾ ਕੇ ਦੂਰ ਹੋ ਜਾਂਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੈ ਕਾ ਜਾਣੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।